21 ਦੇ ਦੌਰ ਦੇ ਵਿੱਚ ਪਹਿਲੀ ਮਈ ਦਾ ਦਿਹਾੜਾ ਜਿਹਨੂੰ ਗ੍ਰਹਿਣ ਲਾਉਣ ਦਾ ਯਤਨ ਕੀਤਾ ਜਾ ਰਿਹਾ, ਤਾਂ ਉਸ ਗ੍ਰਹਿਣ ਦੇ ਹੁਕਮ ਦਿੱਤੇ ਜਾ ਰਹੇ ਨੇ ਕਿ ਕਰੋਨਾ ਮੁੜ ਕੇ ਆ ਗਿਆ, ਫਿਰ ਘਰਾਂ ਦੇ ਅੰਦਰ ਵੜ ਜਾਓ ਤੇ ਆਪਣੇ ਅੰਦਰ ਤੁਸੀਂ ਵੜ ਜਾਓ। ਲੋਕਾਂ ਨੂੰ ਪਤਾ ਲੱਗ ਰਿਹਾ ਕਿ ਕਰੋਨਾ ਮੁੜ ਕੇ ਆਇਆ ਕਿ ਆਕਸੀਜਨ ਉੱਡ ਗਈ। ਇਹ ਆਕਸੀਜਨ ਦੀ ਵਜ੍ਹਾ ਕਰਕੇ ਮਨੁੱਖੀ ਜ਼ਿੰਦਗੀਆਂ ਸਾਡੇ ਕੋਲ ਜਾ ਰਹੀਆਂ ਨੇ ਕਿ ਕਰੋਨਾ ਦੀ ਵਜ੍ਹਾ ਕਰਕੇ ਜਾ ਰਹੀਆਂ ਨੇ। ਜਿੱਥੇ ਕੋਈ ਮੈਡੀਸਨ ਨਹੀਂ, ਜਿੱਥੇ ਕੋਈ ਡਾਕਟਰ ਨਹੀਂ, ਜਿੱਥੇ ਕੋਈ ਸਿਸਟਮ ਨਹੀਂ, ਜਿੱਥੇ ਕੋਈ ਮਾਸਕ ਦਾ ਵੀ ਪ੍ਰਬੰਧ ਨਹੀਂ, ਜਿੱਥੇ ਕੋਈ ਆਕਸੀਜਨ ਨਹੀਂ, ਜਿੱਥੇ ਸਿਵਲ ਹਸਪੀਟਲ ਵੱਡੇ ਵੱਡੇ ਵਪਾਰੀਆਂ ਨੂੰ ਵੇਚ ਦਿੱਤੇ। ਜੇ ਇਸ ਮੁਲਕ ਦੇ ਵਿੱਚ ਸਟੀਲ ਵੀ ਤੇ ਲੋਹਾ ਵੀ ਤੇ ਕੋਲਾ ਵੀ ਰਿਲਾਇੰਸ ਨੇ, ਅਡਾਨੀਆਂ ਤੇ ਅਬਾਨੀਆਂ ਤੇ ਵਿਦਾਂਤਾ ਗਰੁੱਪ ਨੇ ਬਣਾਉਣਾ, ਤਾਂ ਸਾਡੇ ਸਾਹ ਦੇ ਉੱਤੇ ਵੀ ਕਬਜ਼ਾ ਅਡਾਨੀਆਂ ਤੇ ਅਬਾਨੀਆਂ ਦਾ ਹੋ ਚੁੱਕਿਆ। ਉਹ ਇੱਕ ਇੰਡੀਕੇਸ਼ਨ ਦੇਣਾ ਚਾਹੁੰਦੇ ਨੇ ਦੇਸ਼ ਵਾਸੀਆਂ ਨੂੰ ਵੀ ਤੁਸੀਂ ਰਿਲਾਇੰਸ ਵਾਲਿਆਂ ਦੇ ਪੈਟਰੋਲ ਪੰਪ ਰੋਕੇ ਨੇ, ਤੁਸੀਂ ਰਿਲਾਇੰਸ ਵਾਲਿਆਂ ਦੇ ਟੋਲ ਪਲਾਜ਼ੇ ਰੋਕੇ ਨੇ, ਤੇ ਅਸੀਂ ਤੁਹਾਡਾ ਦਮ ਰੋਕਾਂਗੇ, ਅਸੀਂ ਤੁਹਾਡਾ ਸਾਹ ਰੋਕ ਦੇਵਾਂਗੇ। ਸਾਡੇ ਕੋਲੇ ਆ ਥੋੜੀ ਸਾਹ ਨਾੜੀ, ਤੁਸੀਂ ਜਿਉਂਦੇ ਕਿਵੇਂ ਰਹੋਗੇ? ਜਾਂ ਫਿਰ ਗੋਡੇ ਟੇਕ ਲਓ, ਜਾਂ ਸਮਝੌਤਾ ਕਰ ਲਓ, ਜਾਂ ਤੁਸੀਂ ਜਿਹੜਾ ਹੈਗਾ ਇਹਦੇ ਉੱਤੇ ਪੰਜਾ ਲਾ ਦਿਓ, ਸਮਝੌਤਾ ਕਰਕੇ ਘਰ ਨੂੰ ਤੁਰ ਜਾਓ ਮੋਰਚੇ ਤੋਂ। ਤੇ ਇਸ ਕਰਕੇ ਬੜੀ ਡੂੰਘੀ ਇੱਕ ਸਾਜ਼ਿਸ਼ ਦੇ ਤਹਿਤ ਪੂਰੇ ਮੁਲਕ ਨੂੰ ਕਬਰਸਤਾਨ ਬਣਾਇਆ ਜਾ ਰਿਹਾ, ਬੜੀਆਂ ਤੇ ਮਸਾਣਾਂ 'ਚ ਬਦਲਿਆ ਜਾ ਰਿਹਾ। ਸੋ ਉਸ ਦੌਰ ਦੇ ਵਿੱਚ ਪੰਸਵੰਜ ਦੀ ਇਸ ਇਕਾਈ ਨੇ ਇੱਕ ਬਹੁਤ ਹੀ ਛੋਟੇ ਜਿਹੇ ਨੋਟਸ ਦੇ ਉੱਤੇ ਦੁਨੀਆ ਦੇ ਸਾਹਮਣੇ ਇੱਕ ਨਮੂਨਾ ਰੱਖਿਆ ਕਿ ਸਮਾਗਮ ਇੱਦਾਂ ਵੀ ਹੋ ਸਕਦੇ। ਉਹਨੂੰ 8 ਘੰਟੇ ਦੀ ਕਰਾਇਆ ਤੇ ਅੱਜ ਫਿਰ ਇਹ ਜ਼ਾਲਮ ਸਰਕਾਰਾਂ ਜਿਹੜੀ 8 ਘੰਟੇ ਦੀ ਦਿਹਾੜੀ ਹੈ ਮੁੜ ਕੇ ਫਿਰ 12 ਘੰਟੇ ਦੀ ਕਰ ਦਿੱਤੀ, ਕਿਉਂਕਿ ਜਿੱਥੇ ਖੇਤੀ ਆਰਡੀਨੈਂਸ ਆਇਆ ਉੱਥੇ ਕਿਰਤ ਕਾਨੂੰਨ ਵੀ ਮਜ਼ਦੂਰਾਂ ਵਾਸਤੇ ਆਏ ਆ। ਜਿਵੇਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਮਜ਼ਦੂਰ ਖੇਤੀ ਦੇ 3 ਕਾਨੂੰਨਾਂ ਦੇ ਖਿਲਾਫ ਲੜ ਰਹੇ ਆ, ਉੱਥੇ ਹੀ ਸਾਡੇ ਮਜ਼ਦੂਰ ਭਰਾ ਕਿਰਤ ਕਾਨੂੰਨਾਂ ਵਾਸਤੇ ਵੀ ਲੜ ਰਹੇ ਆ। ਪਰ ਬਹੁਤੀ ਇਹ ਗੱਲ ਆਵੇ ਜਿਹੜੇ ਸਾਡੇ ਮਜ਼ਦੂਰ ਹੈ ਉਹ ਹਲੇ ਆਪਣੇ ਘਰਾਂ ਚੋਂ ਬਾਹਰ ਨਹੀਂ ਨਿਕਲੇ। ਮੈਂ ਲਗਾਤਾਰ ਹੁਣ ਨਾਟਕ ਕਰਕੇ ਆਇਆ, ਅੰਬੇਡਕਰ ਜਯੰਤੀ ਦੇ ਉੱਤੇ ਨਾਟਕ ਕਰਕੇ ਆਇਆ। ਉੱਥੇ ਕਿਰਤ ਕਾਨੂੰਨਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ, ਕਿਉਂਕਿ ਇਹ ਹੋ ਸਕਦਾ ਵੀ ਜਿਸ ਸਾਡੇ ਦੇ ਮੋਹਤਬਰ ਬੰਦੇ ਆ ਉਹ ਸਾਡੇ ਮਜ਼ਦੂਰਾਂ ਨੂੰ ਕਿਰਤ ਕਾਨੂੰਨਾਂ ਬਾਰੇ ਦੱਸਦੇ ਨਹੀਂ, 12 ਘੰਟੇ ਦਿਹਾੜੀ ਬਾਰੇ ਦੱਸਦੇ ਨਹੀਂ। ਇਸ ਲਈ ਅਸੀਂ ਅੱਜ ਇੱਥੇ ਮਈ ਦਾ ਦਿਹਾੜਾ ਮਨਾਉਣਾ ਆ। ਉੱਥੇ ਅਸੀਂ ਇਹ ਬੰਦ ਕਰਕੇ ਜਾਣਾ ਵੀ ਆਪਣਾ ਜਿਹੜੇ ਕਿਰਤ ਕਾਨੂੰਨਾਂ ਦੇ ਬਾਰੇ ਮਜ਼ਦੂਰਾਂ ਦੇ ਵਿੱਚ ਖੁੱਲ੍ਹ ਕੇ ਦੱਸਣਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਹੁਣ ਨਹੀਂ ਜਾਗੇ, ਜੇ ਮਜ਼ਦੂਰ ਨਹੀਂ ਜਾਗੇ, ਤਾਂ ਸਾਡੇ ਲਈ ਫਿਰ ਉਹੀ ਗਲਾਂ ਵਿੱਚੋਂ ਪੈ ਜਾਣੇ ਆ ਕੁਝੇ, ਸਾਨੂੰ ਗੁਲਾਮ ਬਣਾ ਦੇਣਾ ਆ। ਤੇ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਰਨਾ ਆ। ਸਭ ਤੋਂ ਪਹਿਲਾਂ ਨਰਗਿਸ ਆਪਣਾ ਗੀਤ ਬੋਲੇਗੀ, ਉਸ ਤੋਂ ਬਾਅਦ ਸਟੇਜ ਨੂੰ ਵੀ ਨਰਗਿਸ ਚਲਾਏਗੀ। ਮੇਰੇ ਹੱਥੀਂ ਛਾਲੇ ਪੈ ਮਜ਼ਦੂਰੀ ਨਾਲ, ਫਿਰ ਵੀ ਨਹੀਂ ਉਹ ਛੰਨਾ ਭਰਿਆ ਚੂੜੀ ਨਾਲ। ਅੱਜ 1 ਮਈ ਮਜ਼ਦੂਰ ਦਿਵਸ ਦਿਹਾੜੇ ਤੇ ਅਸੀਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਕਹਿੰਦੇ ਹਾਂ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਾਂਗੀ। ਤੇਰਾ ਕੋਡੀ ਨਹੀਂ ਓ ਮੁੱਲ ਵੇ, ਤੇਥੋਂ ਹੋਈ ਕਿਹੜੀ ਭੁੱਲ ਵੇ। ਤੇਰਾ ਕੋਡੀ ਨਹੀਂ ਓ ਮੁੱਲ ਵੇ, ਤੇਥੋਂ ਹੋਈ ਕਿਹੜੀ ਭੁੱਲ ਵੇ। ਤੇਰਾ ਦੀਵਾ ਹੋਇਆ ਗੁੱਲ ਵੇ, ਤੇਰਾ ਦੀਵਾ ਹੋਇਆ ਗੁੱਲ ਵੇ। ਸੁਣ ਕਿਰਤੀਆਂ ਵੇ, ਸੁਣ ਕਿਰਤੀਆਂ, ਸੁਣ ਕਿਰਤੀਆਂ ਵੇ, ਸੁਣ ਕਿਰਤੀਆਂ। ਕਦੇ ਵੇਖਾਂ ਕਿੰਨਾ ਹੋਇਆ ਛਲ ਵੇ, ਕਦੇ ਵੇਖ ਆਪਣੇ ਵੱਲ ਵੇ, ਤੇ ਨਾ ਕਿੰਨਾ ਹੋਇਆ ਛਲ ਵੇ। ਤੇਰਾ ਉਜੜ ਗਿਆ ਹੈ ਕੱਲ ਵੇ, ਤੇਰਾ ਉਜੜ ਗਿਆ ਹੈ ਕੱਲ ਵੇ। ਸੁਣ ਕਿਰਤੀਆਂ ਵੇ, ਸੁਣ ਕਿਰਤੀਆਂ, ਸੁਣ ਕਿਰਤੀਆਂ ਵੇ, ਸੁਣ ਕਿਰਤੀਆਂ। ਤੇਰੇ ਮਾਰੇ ਸਾਰੇ ਹੱਕ ਵੇ, ਤੇਰੀ ਕਿਰਤ ਉੱਤੇ ਅੱਖ ਵੇ। ਤੇਰੇ ਮਾਰੇ ਸਾਰੇ ਹੱਕ ਵੇ, ਤੇਰੀ ਕਿਰਤ ਉੱਤੇ ਅੱਖ ਵੇ। ਤੇਰੇ ਪੱਲੇ ਨਹੀਂ ਓ ਕੱਖ ਵੇ, ਤੇਰੇ ਪੱਲੇ ਨਹੀਂ ਓ ਕੱਖ ਵੇ। ਸੁਣ ਕਿਰਤੀਆਂ ਵੇ, ਸੁਣ ਕਿਰਤੀਆਂ, ਸੁਣ ਕਿਰਤੀਆਂ।
ਚਾਨਣ ਰਿਹਾ ਉਡੀਕ ਵੇ ਤੇਰੇ ਪੱਲੇ ਪੈਂਦੀ ਭੀਖ ਵੇ ਤੂੰ ਖਿੱਚਦੇ ਲੰਮੀ ਲੀਕ ਵੇ ਤੂੰ ਖਿੱਚਦੇ ਲੰਮੀ ਲੀਕ ਵੇ ਸੁਣ ਕਿਰਤੀਆਂ ਵੇ ਸੁਣ ਕਿਰਤੀਆਂ ਸੁਣ ਕਿਰਤੀਆਂ ਵੇ ਸੁਣ ਕਿਰਤੀਆਂ ਹੁਣ ਰਲ ਕੇ ਜੋਟੀ ਪਾ ਲਵੋ ਤੇ ਆਪਣੇ ਹੱਕ ਬਚਾ ਲਵੋ ਹੁਣ ਰਲ ਕੇ ਜੋਟੀ ਪਾ ਲਵੋ ਤੇ ਆਪਣੇ ਹੱਕ ਬਚਾ ਲਵੋ ਜਾ ਕੇ ਦਿੱਲੀ ਡੇਰੇ ਲਾ ਲਵੋ ਜਾ ਕੇ ਦਿੱਲੀ ਡੇਰੇ ਲਾ ਲਵੋ ਜਾਗੋ ਕਿਰਤੀਓ ਵੇ ਸੁਣੋ ਕਿਰਤੀਓ ਉਠੋ ਕਿਰਤੀਓ ਵੇ ਜਾਗੋ ਕਿਰਤੀਓ। ਧੰਨਵਾਦ। 1923 ਵਿੱਚ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਨੇ ਮਦਰਾਸ ਵਿੱਚ ਮਈ ਦਿਹਾੜਾ ਮਨਾਇਆ ਸੀ ਤੇ ਲਾਲ ਝੰਡਾ ਲਹਿਰਾਇਆ ਸੀਗਾ। ਕਿਹਾ ਜਾਂਦਾ ਹੈ ਕਿ ਜਦੋਂ 1 ਮਈ 1886 ਨੂੰ ਸ਼ੁਰੂ ਹੋਏ ਸੰਘਰਸ਼ ਦੌਰਾਨ 4 ਮਈ 1886 ਨੂੰ ਪੁਲਿਸ ਨੇ ਗੋਲੀ ਚਲਾਈ ਤਾਂ ਮਰਨ ਵਾਲਿਆਂ ਵਿੱਚ ਇੱਕ ਬੱਚੇ ਨੂੰ ਆਪਣੀ ਮਾਂ ਦੀ ਗੋਦੀ ਵਿੱਚ ਗੋਲੀ ਲੱਗੀ ਤਾਂ ਮਾਂ ਨੇ ਉਸ ਬੱਚੇ ਨੂੰ ਚਿੱਟੇ ਝੰਡੇ ਵਿੱਚ ਲਪੇਟ ਲਿਆ ਤੇ ਉਸ ਝੰਡੇ ਦਾ ਰੰਗ ਲਾਲ ਹੋ ਗਿਆ। ਉਦੋਂ ਤੋਂ ਬਾਅਦ 1 ਮਈ ਨੂੰ ਮਜ਼ਦੂਰ ਦਿਹਾੜਾ ਜੋ ਹੈ ਬੜੇ ਜੋਸ਼ ਖਰੋਸ਼ ਦੇ ਨਾਲ ਮਨਾਇਆ ਜਾਂਦਾ ਹੈ। ਤੇ ਹੁਣ ਮੈਂ ਬੇਨਤੀ ਕਰਦੀ ਹਾਂ ਸਨੀ ਜਸਵੀਰ ਜੀ ਨੂੰ ਕਿ ਉਹ ਆਪਣਾ ਇੱਕ ਗੀਤ ਆਪਦੇ ਰੂਬਰੂ ਕਰਨ। ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਮੈਲੀ ਰੰਗ ਮਨਾ ਰਹੀਆਂ ਬਹਾਰਾਂ ਨੂੰ ਵੇਖੋ ਮੈਲੀ ਰੰਗ ਮਨਾ ਰਹੀਆਂ ਬਹਾਰਾਂ ਨੂੰ ਵੇਖੋ ਇਹ ਕੀ ਹੋ ਰਿਹਾ ਇਹ ਕੀ ਹੋ ਰਿਹਾ ਇਹ ਕੀ ਹੋ ਰਿਹਾ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਝੋਲੀ ਦੇ ਵਿੱਚ ਬੱਚਾ ਰੋ ਰੋ ਤਰਲੇ ਪਾਉਂਦਾ ਏ ਲੈ ਚੱਲ ਅੰਮੀਏ ਸ਼ਾਮੇ ਗੀਤ ਗਵਾਂਦੇ ਗਾਉਂਦਾ ਏ ਝੋਲੀ ਦੇ ਵਿੱਚ ਬੱਚਾ ਰੋ ਰੋ ਤਰਲੇ ਪਾਉਂਦਾ ਏ ਲੈ ਚੱਲ ਅੰਮੀਏ ਸ਼ਾਮੇ ਗੀਤ ਗਵਾਂਦੇ ਗਾਉਂਦਾ ਏ ਸ਼ਿਮਲੇ ਦੇ ਵਿੱਚ ਬੱਚਿਆਂ ਨੂੰ ਪਰਿਵਾਰਾਂ ਨਾ ਵੇਖੋ ਸ਼ਿਮਲੇ ਦੇ ਵਿੱਚ ਬੱਚਿਆਂ ਨੂੰ ਪਰਿਵਾਰਾਂ ਨਾ ਵੇਖੋ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਸਿਕਰ ਦੁਪਹਿਰੇ ਸੜਕ ਕਿਨਾਰੇ ਪੁੱਜਦੀ ਬੋਟੀ ਏ ਫਿਰ ਵੀ ਭਰ ਕੇ ਪੇਟ ਮਿਲੇ ਨਾ ਰਜਮੀ ਰੋਟੀ ਏ ਸਿਕਰ ਦੁਪਹਿਰੇ ਸੜਕ ਕਿਨਾਰੇ ਪੁੱਜਦੀ ਬੋਟੀ ਏ ਫਿਰ ਵੀ ਭਰ ਕੇ ਪੇਟ ਮਿਲੇ ਨਾ ਰਜਮੀ ਰੋਟੀ ਏ ਹੋਟਲਾਂ ਦੇ ਵਿੱਚ ਖਾ ਰਹੇ ਬਗਿਆੜਾਂ ਨੂੰ ਵੇਖੋ ਹੋਟਲਾਂ ਦੇ ਵਿੱਚ ਖਾ ਰਹੇ ਬਗਿਆੜਾਂ ਨੂੰ ਵੇਖੋ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਪੇਟ ਦੀ ਖਾਤਰੀ ਵਿੱਚ ਬਜ਼ਾਰੀ ਨੱਚਣਾ ਪੈਂਦਾ ਏ ਜਿਸਮ ਦੇ ਹਰ ਇੱਕ ਟੁਕੜੇ ਤਾਈਂ ਵਿਕਣਾ ਪੈਂਦਾ ਏ
ਪੇਟ ਦੀ ਖਾਤਰੀ ਵਿੱਚ ਬਜ਼ਾਰੀ ਨੱਚਣਾ ਪੈਂਦਾ ਏ ਜਿਸਮ ਦੇ ਹਰ ਇੱਕ ਟੁਕੜੇ ਤਾਈਂ ਵਿਕਣਾ ਪੈਂਦਾ ਏ ਲੋਕ ਰਾਜ ਦੀਆਂ ਆਪਣੀਆਂ ਸਰਕਾਰਾਂ ਨੂੰ ਵੇਖੋ ਲੋਕ ਰਾਜ ਦੀਆਂ ਆਪਣੀਆਂ ਸਰਕਾਰਾਂ ਨੂੰ ਵੇਖੋ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਮੈਲੀ ਰੰਗ ਮਨਾ ਰਹੀਆਂ ਬਹਾਰਾਂ ਨੂੰ ਵੇਖੋ ਜਾਣ ਲਿਆ ਹੁਣ ਕਿਰਤਾਕ ਲਈ ਲੜਨਾ ਪੈਣਾ ਏ ਭਗਤ ਸਰਾਬੇ ਵਾਂਗੂ ਹੁਣ ਤਾਂ ਮਰਨਾ ਪੈਣਾ ਏ ਜਾਣ ਲਿਆ ਹੁਣ ਕਿਰਤਾਕ ਲਈ ਲੜਨਾ ਪੈਣਾ ਏ ਭਗਤ ਸਰਾਬੇ ਵਾਂਗੂ ਸਾਨੂੰ ਮਰਨਾ ਪੈਣਾ ਏ ਹੱਕਾਂ ਖਾਤਰੀ ਜੂਝ ਰਹੇ ਜੁਝਾਰਾਂ ਨੂੰ ਵੇਖੋ ਹੱਕਾਂ ਖਾਤਰੀ ਜੂਝ ਰਹੇ ਜੁਝਾਰਾਂ ਨੂੰ ਵੇਖੋ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਮੈਲੀ ਰੰਗ ਮਨਾ ਰਹੀਆਂ ਬਹਾਰਾਂ ਨੂੰ ਵੇਖੋ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਵੇਖੋ ਮੈਲੀ ਰੰਗ ਮਨਾ ਰਹੀਆਂ ਬਹਾਰਾਂ ਨੂੰ ਵੇਖੋ ਮਾਂ ਧਰਤੀ ਏ ਤੇਰੀ ਗੋਦ ਨੂੰ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਓ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਆਏ ਓ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣੇ ਅੰਗੂਠੇ ਸੰਗੀਆਂ ਨੂੰ ਜਿੱਥੇ ਤੰਗ ਨਾ ਸਮਝਣੇ ਤੰਗੀਆਂ ਨੂੰ ਜਿੱਥੇ ਮਿਲਣੇ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸੀ ਦੇ ਗੰਗੀਆਂ ਨੂੰ ਵਾਲ ਤਰਸੀ ਦੇ ਗੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਓ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਬੰਦਾ ਜੰਮਦਾ ਸੀਰੀ ਟਕਿਆਂ ਦੀ ਮੀਰੀ ਪੀਰੀ ਜਿੱਥੇ ਬੰਦਾ ਜੰਮਦਾ ਸੀਰੀ ਟਕਿਆਂ ਦੀ ਮੀਰੀ ਪੀਰੀ ਜਿੱਥੇ ਕਰਜੇ ਹੇਠ ਪੰਜੀਰੀ ਕਰਜੇ ਹੇਠ ਪੰਜੀਰੀ ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਮਈ ਦੇ ਅਬਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਮਈ ਇਸ ਦੇ
ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਦੇ ਲਈ ਅੱਜ ਇਕੱਠੇ ਹੋਏ ਜੁਝਾਰੂ ਸਾਥੀਓ, ਤੁਹਾਨੂੰ ਸਾਰਿਆਂ ਨੂੰ ਲਾਲ ਸਲਾਮ, ਸੂਲੀ ਸਲਾਮ। ਉੱਠ ਕਿਰਤੀਆਂ ਉੱਠਵੇ, ਉੱਠਣ ਦਾ ਵੇਲਾ, ਉੱਠ ਕਿਰਤੀਆਂ ਉੱਠਵੇ, ਉੱਠਣ ਦਾ ਵੇਲਾ, ਜੜ ਵਹਿਰੀ ਦੀ ਉੱਠਵੇ, ਉੱਠਣ ਦਾ ਵੇਲਾ, ਉੱਠ ਜਵਾਨਾ ਉੱਠਵੇ, ਉੱਠਣ ਦਾ ਵੇਲਾ। ਕਿਉਂ ਪਾਂਦੇ ਨੂੰ ਹੱਥ ਵਿਖਾਵੇਂ, ਕੀ ਤੇਰੀ ਤਕਦੀਰ ਸੜੀ, ਤੇਰੀ ਗੈਰਤ ਟੋਟੀ ਬੱਚਿਆਂ ਵੀਰਾਂ ਲੀਰੋ ਲੀਰ ਕਰੀਵੇ। ਕਿਉਂ ਪਾਂਦੇ ਨੂੰ ਹੱਥ ਵਿਖਾਵੇਂ, ਕੀ ਤੇਰੀ ਤਕਦੀਰ ਸੜੀ ਹੈ, ਤੇਰੀ ਗੈਰਤ ਟੋਟੀ ਬੱਚਿਆਂ ਵੀਰਾਂ ਲੀਰੋ ਲੀਰ ਕਰੀਵੇ। ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜਦੇ ਵੀਰਾ ਕੁੱਟਵੇ, ਉੱਠਣ ਦਾ ਵੇਲਾ, ਉੱਠ ਕਿਰਤੀਆ ਉੱਠਵੇ, ਉੱਠਣ ਦਾ ਵੇਲਾ, ਜੜ ਵਹਿਰੀ ਦੀ ਉੱਠਵੇ, ਉੱਠਣ ਦਾ ਵੇਲਾ। ਸੁੱਤਿਆਂ ਵੇ ਇਹ ਦਰਦ ਹੈ ਕਹੀ, ਜਿੱਥੇ ਮਾਂ ਦੇ ਪੁੱਤ ਦਾ ਰਿਸ਼ਤਾ, ਕੁਝ ਟੁਕੜੇ ਕੁਝ ਟਕਿਆਂ ਮਦਲੇ, ਮਾਸ ਦੇ ਵਾਂਗੂ ਫੱਟੀਏ ਵਿਕਦਾ। ਸੁੱਤਿਆਂ ਵੇ ਇਹ ਦਰਦ ਹੈ ਕਹੀ, ਜਿੱਥੇ ਮਾਂ ਤੇ ਪੁੱਤ ਦਾ ਰਿਸ਼ਤਾ, ਕੁਝ ਟੁਕੜੇ ਕੁਝ ਟਕਿਆਂ ਬਦਲੇ, ਮਾਸ ਦੇ ਵਾਂਗੂ ਫੱਟੀਏ ਵਿਕਦਾ। ਲੂਸ ਗਿਆ ਮਜ਼ਦੂਰ ਦਾ ਪਿੰਡਾ, ਜੇਠ ਹਾੜ ਦਾ ਫੁੱਟਵੇ, ਉੱਠਣ ਦਾ ਵੇਲਾ, ਉੱਠ ਕਿਰਤੀਆ ਉੱਠਵੇ, ਉੱਠਣ ਦਾ ਵੇਲਾ, ਜੜ ਬਹਿਰੀ ਦੀ ਉੱਠਵੇ, ਉੱਠਣ ਦਾ ਵੇਲਾ। ਪਿੰਡਾਂ ਦੀ ਰੌਣਕ ਸਭ ਢੋਈ, ਟੰਗੀਆਂ ਦੇ ਕੰਧਿਆਂ ਦੇ ਸ਼ਹਿਰਾਂ, ਤੇਰੀਆਂ ਚਾਵਾਂ ਤੇ ਨਿਤ ਮੁਰਦੇ, ਸਿਰ ਤੇ ਢੋਵਣ ਤੇਰੀਆਂ ਲਹਿਰਾਂ। ਤੂੰ ਖੰਡੇ ਦੀ ਤਾਰ ਦੇ ਵਿੱਚੋਂ ਲਿਸ਼ਕ ਵਾਂਗਰਾਂ ਫੁੱਟਵੇ, ਉੱਠਣ ਦਾ ਵੇਲਾ, ਉੱਠ ਕਿਰਤੀਆ ਉੱਠਵੇ, ਉੱਠਣ ਦਾ ਵੇਲਾ, ਜੜ ਵੈਰੀ ਦੀ ਪੱਟਵੇ, ਉੱਠਣ ਦਾ ਵੇਲਾ, ਉੱਠ ਕਿਰਤੀਆ ਉੱਠਵੇ, ਉੱਠਣ ਦਾ ਵੇਲਾ, ਉੱਠਣ ਦਾ ਵੇਲਾ, ਉੱਠਣ ਦਾ ਵੇਲਾ। ਬਾਬਾ ਨਜ਼ਮੀਰ ਜੀ ਕਹਿੰਦੇ ਨੇ ਕਿ ਇਸ ਧਰਤੀ ਤੇ ਹੁਣ ਤੱਕ ਮੈਨੂੰ ਦਿਸੀਆਂ ਜਾਤਾਂ ਦੋ, ਇੱਕ ਦਾ ਨਾਂ ਨੇਰ ਹੈ ਬਾਬਾ, ਇੱਕ ਦਾ ਨਾਂ ਹੈ ਲੋ। ਹੁਣ ਮੈਂ ਬੇਨਤੀ ਕਰਦੀ ਹਾਂ ਤੀਰਥ ਸੁਪਰੀ ਜੀ ਨੂੰ ਕਿ ਉਹ ਆਪਣੇ ਵਿਚਾਰ ਸਾਡੇ ਸਾਹਮਣੇ ਰੱਖਣ। ਵੀਰੋ ਭੈਣੋ, ਵਿਚਾਰ ਤਾਂ ਸਾਡੇ ਕੋਲ ਸਾਡੇ ਮਹਾਂਵਿਦਵਾਨ ਸਾਡੇ ਬਾਬਾ ਬੋੜ ਜੀ ਅਮੋਲਕ ਸਿੰਘ ਜੀ ਪੇਸ਼ ਕਰਨਗੇ। ਮੈਂ ਤਾਂ ਇੱਕ ਗੀਤ ਦੀਆਂ ਦੋ ਲਾਈਨਾਂ ਤੁਹਾਨੂੰ ਸੁਣਾ ਦਿੰਦਾ। ਉਹ ਗੀਤ ਜਿਹੜਾ ਲਿਖਿਆ ਵੀ ਸਾਡੇ ਸਾਥੀ ਅਮੋਲਕ ਸਿੰਘ ਜੀ ਦਾ। ਦਿੱਲੀ ਦੀ ਹਕੂਮਤ ਨੀ ਲੋਕਾਂ ਦੀ ਏ ਵੈਰ ਨੇ, ਲੋਕ ਹੜ ਲੈ ਜੂਗਾ ਹੜਾ, ਹੜਾ ਨੀ ਤੈਨੂੰ ਲੋਕ ਹੜ ਲੈ ਜੂਗਾ ਹੜਾ। ਜਾਗ ਪੈਣੇ ਲੋਕ ਹੁਣ ਚੱਲਣੀ ਨੀ ਤੌਸ ਤੇਰੀ ਕਾਲੇ, ਤੂੰ ਕਾਨੂੰਨ ਲੈ ਬਣਾ, ਬਣਾ ਨੀ ਪਾਵੇਂ ਲੱਖਾਂ ਹੀ ਕਾਨੂੰਨ ਲੈ ਬਣਾ। ਦੇਸੀ ਤੇ ਵਿਦੇਸ਼ੀ ਨੀ ਤੂੰ ਸ਼ਾਨ ਹੋਏ ਪਾਲਦੀ, ਤਾਈਓ ਸਾਡੇ ਰਾਤਾਂ ਨੇ ਹਨੇਰੀਆਂ, ਉੱਚੀਆਂ ਅਟਾਰੀਆਂ ਚ ਕੈਦ ਹੱਥ ਕਾਮਿਆਂ ਦੇ ਜਾਣਗੇ ਨੇ ਚਾਲਾਂ ਸਭ ਤੇਰੀਆਂ। ਚਿਰਤਾਂ ਦੇ ਬੋੜਾਂ ਵਿੱਚੋਂ, ਚਿਰਤਾਂ ਦੇ ਬੋੜਾਂ ਵਿੱਚੋਂ ਤੀਲੀਆਂ ਨੇ ਉੱਗੀਆਂ, ਹੱਕੀ ਅੱਗ ਹੋਣੀ ਨੀ ਬੁਝਾ, ਬੁਝਾ ਨੀ ਤੇਥੋਂ ਹੱਕੀ ਅੱਗ ਹੋਣੀ ਨੀ ਬੁਝਾ। ਦਿੱਲੀ ਦੀ ਹਕੂਮਤ ਨੀ ਲੋਕਾਂ ਦੀ ਏ ਵੈਰ ਨੇ, ਲੋਕ ਹੜ ਲੈ ਜੂਗਾ ਹੜਾ,
ਹੜਾ ਨੀ ਤੈਨੂੰ ਲੋਕ ਹੜ ਲੈ ਜੁਗਾੜਾ ਦੇਸੀ ਤੇ ਵਿਦੇਸ਼ੀ ਨੀ ਤੂੰ ਸ਼ਾਨ ਆਦਮੀ ਤਾਈਓ ਸਾਡੇ ਰਾਤਾਂ ਨੇ ਹਰੇਈਆਂ ਉੱਚੀਆਂ ਅਟਾਰੀਆਂ ਚ ਕਹਿਰ ਹੱਥ ਕਾਮਿਆਂ ਦੇ ਜਾਣਗੇ ਨੇ ਚੱਲ ਸਭ ਤੇਰੀਆਂ ਕਿਰਤਾਂ ਦੇ ਭੋਲਾਂ ਵਿੱਚੋਂ ਤੀਲੀਆਂ ਨੇ ਉੱਗੀਆਂ ਹੱਕੀ ਅੱਗ ਹੋਣੀ ਨੀ ਬੁਝਾ ਨੀ ਤੇ ਤੂੰ ਹੱਕੀ ਅੱਗ ਹੋਣੀ ਨੀ ਬੁਝਾ ਦਿੱਲੀ ਦੀ ਹਕੂਮਤ ਨੀ ਲੋਕਾਂ ਦੀ ਇਹ ਵੈਰ ਨੇ ਲੋਕ ਹੜ ਲੈ ਜੁਗਾੜਾ ਹੜਾ ਨੀ ਤੈਨੂੰ ਲੋਕ ਹੜ ਲੈ ਜੁਗਾੜਾ ਕਾਲਿਆਂ ਦੇ ਨਾਂ ਦੀ ਯਾਦ ਤੈਨੂੰ ਵੀ ਇਹ ਸਾਨੂੰ ਵੀ ਇਹ ਲੋਕ ਲਹਿਰਾਂ ਫਿਰ ਵੀ ਨਾ ਰੁਕੀਆਂ ਲਾਠੀਆਂ ਤੇ ਗੋਲੀਆਂ ਦੀ ਤਾੜ ਕੀਤੀ ਪਰ ਸਾਡੀਆਂ ਤੇ ਹਿੱਕਾਂ ਨਹੀਂ ਉਹ ਚੁੱਕੀਆਂ ਲੋਕਾਂ ਦੀ ਹਨੇਰੀ ਤੇਰੇ ਮਹਿਲਾਂ ਦੀਆਂ ਰੌਣਕਾਂ ਲੈ ਜੂ ਇੱਕ ਦਿਨ ਤਾਂ ਉਡਾ ਨੀ ਉਹ ਲੈ ਜੂ ਇੱਕ ਦਿਨ ਤਾਂ ਉਡਾ ਦਿੱਲੀ ਦੀ ਹਕੂਮਤ ਵੀ ਲੋਕਾਂ ਦੀ ਇਹ ਵੈਰ ਨੇ ਲੋਕ ਹੜ ਲੈ ਜੂਗਾ ਹੜਾ ਨੀ ਤੈਨੂੰ ਲੋਕ ਹੜ ਲੈ ਜੂਗਾ ਹੜਾ ਧੰਨਵਾਦ ਜੀ ਮੈਂ ਗੁਰਦਿਆਲ ਰੋਸ਼ਨ ਜੀ ਆਖਦੇ ਨੇ ਕਿ ਮੇਰੇ ਕਿਰਸਾਨ ਦੇ ਮੱਥੇ ਤੋਂ ਟਿਕ ਟਿਕ ਵਹਿ ਰਿਹਾ ਸਤਲੁਜ ਮੇਰੇ ਕਿਰਸਾਨ ਦੇ ਮੱਥੇ ਤੋਂ ਟਿਕ ਟਿਕ ਵਹਿ ਰਿਹਾ ਸਤਲੁਜ ਕਿਵੇਂ ਦੱਸਾਂ ਮੈਂ ਹਰ ਮਜ਼ਦੂਰ ਦੇ ਅੱਖਾਂ 'ਚ ਗੰਗਾ ਹੈ ਹੁਣ ਮੈਂ ਬੇਨਤੀ ਕਰਦੀ ਹਾਂ ਅਮੋਲਕ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਸਾਡੇ ਸਾਹਮਣੇ ਰੱਖਣ ਪੰਜਾਬ ਲੋਕ ਸਭਿਆਚਾਰ ਮੰਚ ਜਿੰਦਾਬਾਦ 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 ਵਿਗਿਆਨ ਦੇ ਯੁੱਗ ਦੇ ਅੰਦਰ ਜਦੋਂ ਐਟੋਮਿਕ એનર્ਜੀਆਂ ਦਾ ਦੌਰ ਹੈ ਉਹਦੇ ਵਿੱਚ ਨਿਊਟਰੋਨ ਤੇ ਪ੍ਰੋਟੋਨ ਦਾ ਜਦੋਂ ਦੌਰ ਹੈ ਕੈਮਿਸਟਰੀ ਦੇ ਵਿੱਚ ਨਿਊਟਰੋਨ ਤੇ ਪ੍ਰੋਟੋਨ ਦੇ ਬਹੁਤ ਅੱਖ ਨੂੰ ਨਾ ਨਜ਼ਰ ਆਉਣ ਵਾਲੇ ਮਾਲੀਕਿਊਲ ਜਿਹੜੇ ਬਰੀਕ ਤੋਂ ਬਰੀਕ ਮਾਲੀਕਿਊਲ ਜਦੋਂ ਧਮਾਕਾ ਕਰਦੇ ਨੇ ਤਾਂ ਪਹਾੜਾਂ ਦੇ ਪਹਾੜ ਪਾੜ ਦਿੰਦੇ ਵਾਹ ਤੇ ਅੱਜ ਦਾ ਇਹ ਨਿੱਕਾ ਸਮਾਗਮ ਉਸ ਇਲੈਕਟ੍ਰੋਨ ਪ੍ਰੋਟੋਨ ਵਰਗਾ ਉਸ ਕੈਮਿਸਟਰੀ ਦੀ ਫਿਜ਼ਿਕਸ ਦੇ ਸਿਧਾਂਤ ਵਰਗਾ ਹੈ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਜਦੋਂ ਹਾਕਮਾਂ ਨੂੰ ਵੀ ਭੁਲੇਖਾ ਪੈ ਜਾਂਦਾ ਕਿ ਚੀਜ਼ਾਂ ਸੌਂ ਗਈਆਂ ਚੀਜ਼ਾਂ ਟਿਕ ਗਈਆਂ ਚੀਜ਼ਾਂ ਨੂੰ ਲੋੜੀ ਦੇ ਦਿੱਤੀ ਹੁਣ ਲੋਕ ਅੰਦਰ ਵੜ ਗਏ ਹੁਣ ਨਹੀਂ ਲੋਕ ਬੋਲਦੇ ਚੀਜ਼ਾਂ ਉਦੋਂ ਵੀ ਬੋਲਦੀਆਂ ਧਰਤੀ ਉਦੋਂ ਵੀ ਆਪਣੀ ਗੱਲ ਕਰਦੀ ਸੋ ਅੱਜ ਮਾਨਵਤਾ ਕਲਾ ਮੰਚ ਨਗਰ ਪੰਜਾਬ ਲੋਕ ਸੱਭਿਆਚਾਰਕ ਮੰਚ ਦੀ ਬਹੁਤ ਹੀ ਮਾਣਮੱਤੀ ਜਿਹੜੀ ਇਕਾਈ ਹੈ ਉਸ ਇਕਾਈ ਨੇ ਇੱਕ ਉਦਮ ਕੀਤਾ ਕਿ ਅੱਜ ਜਿਹੜਾ 2021 ਦੇ ਦੌਰ ਦੇ ਵਿੱਚ 1 ਮਈ ਦਾ ਦਿਹਾੜਾ ਜਿਹਨੂੰ ਗ੍ਰਹਿਣ ਲਾਉਣ ਦਾ ਯਤਨ ਕੀਤਾ ਜਾ ਰਿਹਾ ਤਾਂ ਉਸ ਗ੍ਰਹਿਣ ਦੇ ਹੁਕਮ ਦਿੱਤੇ ਜਾ ਰਹੇ ਨੇ ਕਿ ਕਰੋਨਾ ਮੁੜ ਕੇ ਆ ਗਿਆ ਫਿਰ ਘਰਾਂ ਦੇ ਅੰਦਰ ਵੜ ਜਾਓ ਤੇ ਆਪਣੇ ਅੰਦਰ ਤੁਸੀਂ ਵੜ ਜਾਓ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਕਰੋਨਾ ਮੁੜ ਕੇ ਆਇਆ ਕਿ ਆਕਸੀਜਨ ਉੱਡ ਗਈ ਇਹ ਆਕਸੀਜਨ ਦੀ ਵਜ੍ਹਾ ਕਰਕੇ ਮਨੁੱਖੀ ਜ਼ਿੰਦਗੀਆਂ ਸਾਡੇ ਕੋਲ ਜਾ ਰਹੀਆਂ ਨੇ ਕਿ ਕਰੋਨਾ ਦੀ ਵਜ੍ਹਾ ਕਰਕੇ ਜਾ ਰਹੀਆਂ ਨੇ ਜਿੱਥੇ ਕੋਈ ਮੈਡੀਸਨ ਨਹੀਂ ਜਿੱਥੇ ਕੋਈ ਡਾਕਟਰ ਨਹੀਂ ਜਿੱਥੇ ਕੋਈ ਸਿਸਟਮ ਨਹੀਂ ਜਿੱਥੇ ਕੋਈ ਮਾਸਕ ਦਾ ਵੀ ਪ੍ਰਬੰਧ ਨਹੀਂ ਜਿੱਥੇ ਕੋਈ ਆਕਸੀਜਨ ਨਹੀਂ ਜਿੱਥੇ ਸਿਵਲ ਹਸਪੀਟਲ ਵੱਡੇ ਵੱਡੇ ਵਪਾਰੀਆਂ ਨੂੰ ਵੇਚ ਦਿੱਤੇ ਜੇ ਇਸ ਮੁਲਕ ਦੇ ਵਿੱਚ ਸਟੀਲ ਵੀ ਤੇ ਲੋਹਾ ਵੀ ਤੇ ਕੋਲਾ ਵੀ ਰਿਲਾਇੰਸ ਨੇ ਅਡਾਨੀਆਂ ਤੇ ਅਬਾਨੀਆਂ ਤੇ ਵਿਦਾਂਤਾ ਗਰੁੱਪ ਨੇ ਬਣਾਉਣਾ ਤਾਂ ਸਾਡੇ ਸਾਹ ਦੇ ਉੱਤੇ ਵੀ ਕਬਜ਼ਾ ਅਡਾਨੀਆਂ ਤੇ ਅਬਾਨੀਆਂ ਦਾ ਹੋ ਚੁੱਕਿਆ ਉਹ ਇੱਕ ਇੰਡੀਕੇਸ਼ਨ ਦੇਣਾ ਚਾਹੁੰਦੇ ਨੇ ਦੇਸ਼ ਵਾਸੀਆਂ ਨੂੰ ਵੀ ਤੁਸੀਂ ਰਿਲਾਇੰਸ ਵਾਲਿਆਂ ਦੇ ਪੈਟਰੋਲ ਪੰਪ ਰੋਕੇ ਨੇ ਤੁਸੀਂ ਰਿਲਾਇੰਸ ਵਾਲਿਆਂ ਦੇ ਟੋਲ ਪਲਾਜ਼ੇ ਰੋਕੇ ਨੇ ਤੇ ਅਸੀਂ ਤੁਹਾਡਾ ਦਮ ਰੋਕਾਂਗੇ ਅਸੀਂ ਤੁਹਾਡਾ ਸਾਹ ਰੋਕ ਦਿਆਂਗੇ ਸਾਡੇ ਕੋਲੇ ਆ ਤੁਹਾਡੀ ਸਾਹ ਨਾੜੀ ਤੁਸੀਂ ਜਿਉਂਦੇ ਕਿਵੇਂ ਰਹੋਗੇ ਜਾਂ ਫਿਰ ਗੋਡੇ ਟੇਕ ਲਓ ਜਾਂ ਸਮਝੌਤਾ ਕਰ ਲਓ ਜਾਂ ਤੁਸੀਂ ਜਿਹੜਾ ਹੈਗਾ ਇਹਦੇ ਉੱਤੇ ਪੰਜਾ ਲਾ ਦਿਓ ਸਮਝੌਤਾ ਕਰਕੇ ਘਰ ਨੂੰ ਤੁਰ ਜਾਓ ਮੋਰਚੇ ਤੋਂ ਤੇ ਇਸ ਕਰਕੇ ਬੜੀ ਡੂੰਘੀ ਇੱਕ ਸਾਜ਼ਿਸ਼ ਦੇ ਤਹਿਤ ਪੂਰੇ ਮੁਲਕ ਨੂੰ ਕਬਰਸਤਾਨ ਬਣਾਇਆ ਜਾ ਰਿਹਾ ਬੜੀਆਂ ਤੇ ਨਿਸ਼ਾਨਾਂ 'ਚ ਬਦਲਿਆ ਜਾ ਰਿਹਾ ਸੋ ਉਸ ਦੌਰ ਦੇ ਵਿੱਚ ਪੰਸਵੰਚ ਦੀ ਇਸ ਇਕਾਈ ਨੇ ਇੱਕ ਬਹੁਤ ਹੀ ਛੋਟੇ ਜਿਹੇ ਨੋਟਸ ਦੇ ਉੱਤੇ ਦੁਨੀਆ ਦੇ ਸਾਹਮਣੇ ਇੱਕ ਨਮੂਨਾ ਰੱਖਿਆ ਕਿ ਸਮਾਗਮ ਇੱਦਾਂ ਵੀ ਹੋ ਸਕਦੇ ਅਸੀਂ ਬੜੀ ਦੇਰ ਦੇ ਕਹਿੰਦੇ ਹਾਂ ਕਿ ਪਰਿਵਾਰਕ ਮਿਲਣੀਆਂ ਕਰਨ ਲੱਗੋ ਸਮਾਂ ਇਹੋ ਜਿਹਾ ਆ ਰਿਹਾ ਕਿ ਹਰ ਪਰਿਵਾਰ ਦਾ ਹਰ ਜੀਅ ਜਿਹੜੀਆਂ ਨੇ ਟਨਾਂ ਦੇ ਹਿਸਾਬ ਨਾਲ ਗਵਾਂ ਦੀਆਂ ਪੰਡਾਂ ਚੱਕੀ ਫਿਰਦੇ ਆ ਬਹੁਤ ਸਾਰੇ ਗਮ ਨੇ ਬਹੁਤ ਸਾਰੇ ਬੋਝ ਨੇ ਉਹਨਾਂ ਦੇ ਮਨਾਂ ਦੇ ਉੱਤੇ ਉਹ ਕਿਸੇ ਵੇਲੇ ਕਿਹਾ ਜਾਂਦਾ ਸੀ ਜੇ ਕੋਈ ਨਹੀਂ ਪਤਾ ਲੱਗਦਾ ਤਾਂ ਸਲਾਹ ਲੈ ਲਓ ਕੰਧ ਦੇ ਕੋਲ ਤੇ ਹੁਣ ਵੇਲਾ ਉਹ ਆ ਗਿਆ ਵੀ ਕੰਧਾਂ ਵੀ ਗੂੰਗੀਆਂ ਕਰਕੇ ਰੱਖ ਦਿੱਤੀਆਂ ਕੰਧਾਂ ਵੀ ਨਹੀਂ ਗੱਲ ਕਰਦੀਆਂ ਸੋ ਇਸ ਦੌਰ ਦੇ ਵਿੱਚ ਜੇ ਕੋਈ ਕੰਮ ਆਊਗਾ ਤਾਂ ਕਿਤਾਬ ਕੰਮ ਆਊਗੀ ਸੰਗੀਤ ਕੰਮ ਆਊਗਾ ਗੀਤ ਕੰਮ ਆਊਗਾ ਰੰਗਮੰਚ ਕੰਮ ਆਊਗਾ ਤੇ ਸੂਝ ਕੰਮ ਆਊਗੀ
ਤੇ ਇਸ ਦੌਰ ਦੇ ਵਿੱਚ ਕਿਸੇ ਦੇ ਕੰਮ ਨਹੀਂ ਆਏ ATM ਨੂੰ, ਨਾ ਵੱਡੇ ਬੈਂਕ ਬੈਲੈਂਸ ਕੰਮ ਆ ਰਹੇ ਨੇ, ਨਾ ਕਿਸੇ ਦੀ ਜ਼ਮੀਨ ਕਿੰਨੀ ਆ ਉਹ ਕੰਮ ਆ ਰਹੀ ਆ, ਤੇ ਇੱਕ ਸਾਹ ਦਾ ਮੁੱਲ ਬਰਾਬਰ ਹੈ ਉਹ ਤੁਹਾਨੂੰ ਭਾਲਿਆ ਨਹੀਂ ਲੱਭ ਰਿਹਾ। ਤਾਂ ਉਸ ਦੌਰ ਦੇ ਅੰਦਰ ਇਹ ਆਪਣੇ ਆਪ 'ਚ ਇੱਕ ਅਨੋਖੀ ਗੱਲ ਹੈ ਕਿ ਜਦੋਂ ਪੂਰੀ ਦੁਨੀਆ ਨੂੰ ਗ੍ਰਹਿ ਦੇ ਰਾਹੀਂ ਦੇਖਿਆ ਜਾ ਸਕਦਾ, ਕਿ ਅੱਜ ਅਮਰੀਕਾ ਤੇ ਉਹਦੇ ਨਾਲ ਦੇ ਜਿਹੜੇ ਜੋਟੀਦਾਰ ਨੇ ਤੇ ਇੱਥੋਂ ਦੇ ਅਡਾਨੀ ਅੰਬਾਨੀ ਤੇ ਮੋਦੀ ਆਪਣੇ ਗ੍ਰਹਿ ਦੇ ਰਾਹੀਂ ਸੈਟੇਲਾਈਟ ਰਾਹੀਂ ਦੇਖ ਲਵੇ ਕਿ ਜ਼ਿਲ੍ਹਾ ਜਲੰਧਰ ਦੇ ਇੱਕ ਨਿੱਕੇ ਜਿਹੇ ਪਿੰਡ ਅੱਟੀ ਦੇ ਵਿੱਚ ਇੱਕ ਨਿੱਕੇ ਜਿਹੇ ਚੁਬਾਰੇ ਦੇ ਵਿੱਚ ਕੁਝ ਲੋਕ ਖੜੇ ਹੋ ਕੇ ਕਹਿੰਦੇ ਨੇ ਕਿ ਤੁਸੀਂ ਜਿੰਨੀਆਂ ਮਰਜ਼ੀ ਰੋਕਾਂ ਲਾ ਰਹੇ ਹੋ, ਅਸੀਂ ਆਪਣੇ ਉਹਨਾਂ ਅਮਰ ਸ਼ਹੀਦਾਂ ਦੀ ਗੱਲ ਕਰਾਂਗੇ, ਆਪਣੇ ਮਜ਼ਦੂਰ ਦੀ ਗੱਲ ਕਰਾਂਗੇ। ਤਾਂ ਇਸ ਵਾਰ ਕਰਕੇ ਬੜੇ ਮਹੱਤਵਪੂਰਨ ਸਮਾਗਮ ਆ, ਇਹ ਇਤਿਹਾਸ ਹੁੰਦੇ ਆ, ਸਾਂਭਿਆ ਜਾਂਦਾ। ਜਦੋਂ ਗਦਰ ਪਾਰਟੀ ਬਣੀ ਆ ਉਦੋਂ ਪਹਿਲਾਂ 11 ਬੰਦੇ ਸੀ, ਫਿਰ 21 ਬੰਦੇ ਇਕੱਠੇ ਹੋਏ, ਫਿਰ 45 ਬੰਦੇ ਇਕੱਠੇ ਹੋਏ। ਉਹਨਾਂ ਨੇ ਗਦਰ ਪਾਰਟੀ ਦਾ ਵੀ ਨਾਂ ਨਹੀਂ ਸੀ ਰੱਖਿਆ, ਅਮਰੀਕਾ ਦੇ ਵਿੱਚ ਸੀ ਕਿ ਜਿੱਥੇ ਉਹਨਾਂ ਨੇ ਇਕੱਠੇ ਹੋ ਕੇ ਪਹਿਲੀ ਮੀਟਿੰਗ ਕੀਤੀ। ਅੱਜ ਉਸ ਸਥਾਨ ਦਾ ਪਤਾ ਹੈ ਕਿ ਇਹ ਜਿਹੜਾ ਆਹ ਕੰਢਾ ਸੀ, ਜਿਸ ਕੰਢੇ ਦੇ ਉੱਤੇ ਬੈਠ ਕੇ ਮੀਟਿੰਗ ਕੀਤੀ ਸੀ, ਰਾਵੀ ਦੇ ਕੰਢੇ ਦਾ ਅੱਜ ਜ਼ਿਕਰ ਹੁੰਦਾ ਹੈ ਕਿ ਇਸੇ ਭਗਤ ਸਿੰਘ ਉਹਨਾਂ ਨੇ ਸਲਾਹ ਕਰੀ ਸੀ ਕਿ ਮੁਲਕ ਨੂੰ ਆਜ਼ਾਦ ਕਰਵਾਉਣਾ, ਤੇ ਅੱਜ ਜਲਿਆਂਵਾਲੇ ਬਾਗ ਦੇ ਵਿੱਚੋਂ ਚੱਕੀ ਦੀ ਮਿੱਟੀ ਦੀ ਯਾਦ ਹੁੰਦੀ ਹੈ। ਸੋ ਇਸ ਦੌਰ ਦੇ ਅੰਦਰ ਆਪਣੇ ਆਪ 'ਚ ਸੰਭਾਲ ਕੇ ਰੱਖਣ ਵਾਲੀ ਇੱਕ ਦਸਤਾਵੇਜ਼ ਹੋਊਗੀ ਕਿ ਅਸੀਂ ਇਸ ਦੌਰ ਦੇ ਵਿੱਚ ਪਹਿਲੀ ਮਈ ਕਿਸ ਤਰ੍ਹਾਂ ਮਨਾਇਆ ਸੀ। 1886 ਦੀ ਗੱਲ ਹੈ ਤੇ ਅੱਜ 2021 ਦੀ ਗੱਲ ਹੈ। 1886 ਦੇ ਵਿੱਚ ਜਿਹੜੇ ਵਿਛੜੇ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਜਿਹੜੇ ਆਪਣੇ ਪਿਓ ਦਾਦਿਆਂ ਤੋਂ ਬਾਬੇ ਨਕੜ ਦਾਦੇ ਪੜਦਾਦੇ ਵਿਛੜ ਗਏ, ਆਪਾਂ ਨੂੰ ਨਾਮ ਵੀ ਭੁੱਲ ਗਏ ਉਹਨਾਂ ਦੇ। ਪਰ ਅੱਜ ਕਮਾਲ ਦੀ ਗੱਲ ਹੈ ਕਿ 1886 'ਚ ਉਹ ਵੀ ਅਮਰੀਕਾ ਦੀ ਧਰਤੀ ਦੇ ਉੱਤੇ ਸਾਡੀ ਮਜ਼ਦੂਰ ਜਮਾਤ ਦੇ ਉਹ ਲੋਕ ਜਿਨ੍ਹਾਂ ਨੇ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਉਠਾਈ, ਜਦੋਂ ਉਹਨਾਂ ਨੂੰ ਫਾਹੇ ਲਾ ਦਿੱਤਾ, ਅੱਜ ਦੇ ਦਿਨ ਜਿਹੜਾ ਉਹਨਾਂ ਦੀ ਯਾਦ 'ਚ ਜਦੋਂ ਦਿਨ ਮਨਾਏ ਜਾਣ ਲੱਗੇ ਤਾਂ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ। ਤੇ ਪਿਆਰੇ ਦੋਸਤੋ, 1886 ਦੇ ਦੌਰ ਦੇ ਵਿੱਚ ਮਜ਼ਦੂਰਾਂ ਦੇ ਕੋਲੋਂ ਕੰਮ ਦੇ ਘੰਟੇ ਮਿੱਥੇ ਹੀ ਨਹੀਂ ਸੀ ਹੋਏ। ਜਿੱਡਾ ਦਿਨ ਜਦੋਂ ਤੱਕ ਰਾਤ ਨਹੀਂ ਪੈਂਦੀ ਉਦੋਂ ਤੱਕ ਦਿਨ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਦੇ ਡੂੰਘੇ ਹਨੇਰੇ ਤੱਕ ਵੀ ਕੰਮ ਲਿਆ ਜਾਂਦਾ ਸੀ। ਇਹ ਘੜੀ ਕੋਈ ਟਾਈਮ ਕੋਈ ਹੁੰਦਾ ਹੀ ਨਹੀਂ ਸੀ ਕਿ ਵੀ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਅਤੇ 10 ਘੰਟੇ, ਪੂਰੇ ਦਾ ਪੂਰਾ ਦਿਨ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾਂਦਾ ਸੀ। ਉਸ ਤੋਂ ਬਾਅਦ ਹੌਲੀ ਹੌਲੀ ਇੱਕ ਆਵਾਜ਼ ਉੱਠਣ ਲੱਗੀ ਕਿ ਸਾਡੇ ਕੰਮ ਦੇ ਕਿ 8 ਘੰਟੇ ਸੈੱਟ ਕੀਤੇ ਜਾਣ, 8 ਘੰਟੇ। ਜਦੋਂ ਮੰਗ ਕੀਤੀ ਤਾਂ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਦਰਿਆ ਹੈ, ਉਸ ਦਰਿਆ ਦੇ ਹੇਠਾਂ ਇੱਕ ਬਹੁਤ ਵੱਡੀ ਸੁਰੰਗ ਹੈ। ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ, ਫੜ ਲਿਆ ਗਿਆ, ਰਾਤ ਨੂੰ ਉਹ ਸੁਰੰਗ 'ਚ ਲੈ ਗਏ। ਸਾਰੀ ਰਾਤ ਮਜ਼ਦੂਰਾਂ ਦਾ ਕਟਾਪਾ ਚਾੜਿਆ ਵੀ ਤੁਹਾਨੂੰ 8 ਘੰਟੇ ਦਿਹਾੜੀ ਦਈਏ, ਫਿਰ ਤੁਸੀਂ ਫਿਰ ਅੱਗੇ ਤੋਂ ਹੀ ਮਜ਼ਦੂਰੀ ਮੰਗੋਗੇ। ਸਾਰੀ ਰਾਤ ਕਟਾਪਾ ਚਾੜਿਆ, ਕੁਝ ਆਦਮ ਹੋਏ ਕੀਤੇ, ਕੁਝ ਮਾਰ ਦਿੰਦੇ ਹੋਏ। ਅੱਜ ਉਹ ਦਰਿਆ ਨੂੰ ਯਾਦ ਕੀਤਾ ਜਾਂਦਾ। ਸਾਡੇ ਵਾਂਗੂ ਨਹੀਂ ਕਿ ਦਰਿਆਵਾਂ ਦੇ ਵਿੱਚ ਚੀਜ਼ਾਂ ਸਿੱਟ ਦਿਓ ਤੇ ਆਹ ਕਰ ਦਿਓ ਤੇ ਉਹ ਕਰ ਦਿਓ, ਤੇ ਮਤਲਬ ਉਹ ਜਿਹੜਾ ਹੈਗਾ ਕੁਝ ਤਾਰ ਕੇ ਆ ਜਾਓ ਲਲੇਰ ਤੇ ਫਿਰ ਪਤਾ ਨਹੀਂ ਘਰ ਦੇ ਕਿਸਮਤ ਸੁਧਰ ਜੂਗੀ। ਲੋਕ ਉਸ ਦਰਿਆ ਨੂੰ ਇਸ ਤਰ੍ਹਾਂ ਯਾਦ ਕਰਦੇ ਨੇ ਕਿ ਇਸ ਦਰਿਆ ਦੇ ਉੱਤੇ ਇੱਕ ਇਹੋ ਜਿਹੀ ਆਵਾਜ਼ ਉੱਠੀ ਸੀ। ਤੇ ਉਸ ਤੋਂ ਬਾਅਦ ਜਦੋਂ ਮਜ਼ਦੂਰ ਉੱਠੇ ਤਾਂ ਜਿਹੜੇ 4 ਸਾਥੀ ਜਿਨ੍ਹਾਂ ਨੂੰ ਪਹਿਲੇ ਦੌਰ ਦੇ ਅੰਦਰ ਫਾਂਸੀ ਦੇ ਉੱਤੇ ਲਟਕਾਇਆ ਗਿਆ ਸੀ, ਉਹਨਾਂ ਦੇ ਵਿੱਚ ਜਿਹੜੇ 4 ਆਗੂ ਸੀ, ਉਹ 4 ਦੇ 4 ਆਗੂ ਜਿਹੜਾ ਮਜ਼ਦੂਰਾਂ ਦਾ ਵੱਡਾ ਇਕੱਠ ਹੋਇਆ, ਉਸ ਇਕੱਠ ਦੇ ਵਿੱਚ ਹਾਜ਼ਰ ਵੀ ਨਹੀਂ ਸੀ। ਇਕੱਠ ਕੀਤਾ ਮਜ਼ਦੂਰਾਂ ਨੇ ਆਪਣੀ ਦਿਹਾੜੀ ਲਈ, ਆਪਣੇ ਟਾਈਮ ਨੂੰ ਸੈੱਟ ਕਰਨ ਵਾਸਤੇ। ਉਹਦੇ ਵਿੱਚ ਸਰਕਾਰ ਨੇ ਜਾਣ ਕੇ ਆਪਦੇ ਏਜੰਟ ਦੇ ਕੋਲੋਂ ਵੱਡਾ ਬੰਬ ਸਟਾ ਦਿੱਤਾ ਤੇ ਬਹੁਤ ਸਾਰੀ ਕੈਜੂਅਲਟੀ ਹੋਈਆਂ। ਤੇ ਬੰਬ ਸਟਾਉਣ ਤੋਂ ਬਾਅਦ ਨਾਲ ਹੀ ਫਾਇਰਿੰਗ ਕੀਤੀ, ਮਜ਼ਦੂਰ ਕੁੱਟੇ, ਤੇ ਉਸ ਬੰਬ ਸਿੱਟਣ ਦਾ ਦੋਸ਼ ਜਿਹੜਾ ਹਿੰਸਾ ਭੜਕਾਉਣ ਦਾ ਦੋਸ਼ ਮਜ਼ਦੂਰਾਂ ਦੇ ਆਗੂਆਂ ਤੇ ਲਾ ਦਿੱਤਾ ਸੀ ਤੇ 4 ਮਜ਼ਦੂਰਾਂ ਨੂੰ ਜਿਹੜੀ ਫਾਂਸੀ ਦੇ ਤਖਤੇ ਦੇ ਉੱਤੇ ਚੜ੍ਹਾ ਦਿੱਤਾ ਗਿਆ ਤੇ ਉਹ ਮਜ਼ਦੂਰ ਉੱਥੇ ਹਾਜ਼ਰ ਨਹੀਂ ਸੀ। ਤੇ ਜਦੋਂ ਅੱਜ 1886 ਤੋਂ ਬਾਅਦ 2021 ਚ ਆਉਣੇ ਆ ਤਾਂ ਅੱਜ ਮੁੜ ਕੇ ਜਿਹੜੇ ਦੁਨੀਆ ਦੇ ਮਜ਼ਦੂਰਾਂ ਨੇ ਉਹ ਹੱਕ ਹਾਸਲ ਕੀਤੇ ਸੀ, 8 ਘੰਟੇ ਦੀ ਦਿਹਾੜੀ ਪੱਕੀ ਕਰ ਲਈ ਸੀ, ਸਾਰੀ ਦੁਨੀਆ 'ਚ ਲਾਗੂ ਆ। 8 ਘੰਟੇ ਦੀ ਦਿਹਾੜੀ, ਰਜਿਸਟਰ, ਯੂਨੀਅਨ ਬਣਾਉਣ ਦਾ ਹੱਕ, ਮੈਡੀਕਲ ਛੁੱਟੀ ਉਹਨਾਂ ਨੂੰ ਮਿਲਣੀ, ਇਹ ਜਿਹੜੀ ਹਾਸਲ ਕੀਤੀ ਸੀ ਉਹ ਸਾਰਾ ਕੁਝ ਪਿਛਲੇ ਦਿਨਾਂ 'ਚ ਮੋਦੀ ਸਰਕਾਰ ਨੇ ਨਵਾਂ ਕਾਨੂੰਨ ਬਣਾ ਕੇ ਮਜ਼ਦੂਰ ਦੇ ਕੋਲੋਂ ਉਹ ਖੋਹ ਲਿਆ। ਹੁਣ ਦਿਹਾੜੀ ਫੇਰ ਮੋੜ ਕੇ 8 ਘੰਟੇ ਦੀ ਬਜਾਏ 12 ਘੰਟੇ ਕਰ ਦਿੱਤੀ। ਕਿਸੇ ਟਾਂਗੇ ਵਾਲੇ ਨੂੰ ਪੁੱਛ ਕੇ ਦੇਖਿਓ ਵੀ ਜੇ ਤੇਰਾ ਘੋੜਾ ਵੀ ਜੇ ਤੂੰ ਮਨਾਉਣਾ ਚਾਹੇ ਉਹਨੂੰ ਵੀ ਤੈਥੋਂ ਮੈਂ 12 ਘੰਟੇ ਸਵਾਰੀਆਂ ਢਾਉਣੀਆਂ ਨੇ, ਘੋੜੇ ਨੇ ਨਹੀਂ ਮੰਨਣਾ, ਉਹ ਵੀ ਜਵਾਬ ਦੇ ਦਿੰਦਾ। ਸੋ ਅਸੀਂ ਬੰਦੇ ਨਹੀਂ, ਇਨਸਾਨ ਨਹੀਂ, ਅਸੀਂ ਨਹੀਂ ਪੜ੍ਹਨਾ, ਅਸੀਂ ਨਹੀਂ ਲਿਖਣਾ, ਅਸੀਂ ਨਹੀਂ ਕੋਈ ਫਿਲਮ ਦੇਖਣੀ, ਅਸੀਂ ਨਹੀਂ ਆਪਣੇ ਬੱਚਿਆਂ ਨਾਲ ਬੈਠਣਾ, ਸਾਡਾ ਖੇਡਣ ਨੂੰ ਦਿਲ ਨਹੀਂ ਕਰਦਾ, ਅਸੀਂ ਨਹੀਂ ਜਿਮ ਜਾ ਸਕਦੇ, ਅਸੀਂ ਨਹੀਂ ਹੱਸਣਾ ਟੱਪਣਾ, ਸਾਡੇ ਤੀਆਂ ਤਿਉਹਾਰ ਨਹੀਂ, ਸਾਡੇ ਗਿੱਧੇ ਨਹੀਂ, ਕੋਈ ਭੰਗੜੇ ਨਹੀਂ, ਅਸੀਂ ਘਰ 'ਚ ਰੌਣਕ ਨਹੀਂ ਕਰਨੀ। ਮਤਲਬ ਵੀ ਸਾਰਾ ਦਿਨ 12 ਘੰਟੇ ਮਜ਼ਦੂਰ ਨੂੰ ਬੇਲਣੇ ਦੀ ਤਰ੍ਹਾਂ ਵਿੱਚ ਪੀੜ ਕੇ ਕੰਮ ਲਵੋ ਤੇ ਉਨੀ ਕੁ ਛੁੱਟੀ ਦੇਵੋ ਵੀ ਹੁਣ ਤੂੰ ਸੌਂ ਕੇ ਸਵੇਰ ਨੂੰ ਕੰਮ ਕਰਨ ਜੋਗਾ ਹੋ ਕੇ ਆ ਜਾ।
ਤੇ ਰੋਟੀ ਘਰੇ ਖਾਈ ਜਾ ਕੇ, ਇਹਦੇ ਲਈ ਉਹਨੂੰ ਭੇਜਿਆ ਜਾਂਦਾ ਘਰ ਨੂੰ। ਇਹ ਦਿਨ ਆ ਗਏ। ਸੋ ਦੁੱਖ ਦੀ ਗੱਲ ਹੈ ਕਿ ਸਾਡਾ ਮੁਲਕ ਮਜ਼ਦੂਰ ਜਮਾਤ ਦੇ ਇਸ ਵੇਲੇ 'ਤੇ ਜਿਵੇਂ ਗਰਜਣਾ ਚਾਹੀਦਾ ਸੀ, ਗਰਜਿਆ ਨਹੀਂ। ਥੋੜ੍ਹੀਆਂ ਬਹੁਤੀਆਂ ਗੱਲਾਂ ਹੋਈਆਂ, ਬਿਆਨ ਆਏ, ਖਬਰਾਂ ਆਈਆਂ, ਸਟੇਜਾਂ 'ਤੇ ਬੋਲਿਆ ਗਿਆ, ਇਹ ਕਾਫੀ ਨਹੀਂ ਤੇ ਕਾਨੂੰਨ ਲਾਗੂ ਕਰ ਦਿੱਤੇ ਗਏ ਨੇ, ਮੜ ਦਿੱਤੇ ਗਏ ਨੇ। ਸੋ ਅੱਜ ਚਾਹੇ ਕਿਸਾਨਾਂ ਦਾ ਅੰਦੋਲਨ ਹੈ, ਚਾਹੇ ਮਜ਼ਦੂਰਾਂ ਦਾ, ਚਾਹੇ ਆਂਗਨਵਾੜੀ ਦਾ, ਚਾਹੇ ਮਨਰੇਗਾ ਕਾਮਿਆਂ ਦਾ, ਚਾਹੇ ਬੇਰੁਜ਼ਗਾਰਾਂ ਦਾ, ਚਾਹੇ ਡਾਕਟਰਾਂ ਦਾ, ਚਾਹੇ ਟੀਚਰਾਂ ਦਾ, ਚਾਹੇ ਬਿਜਲੀ ਕਾਮਿਆਂ ਦਾ, ਭਾਵੇਂ ਉਹ ਰੋਡਵੇਜ਼ ਕਾਮਿਆਂ ਦਾ, ਭਾਵੇਂ ਉਹ ਜਿਹੜੇ ਜੇ ਮਛੇਰੇ ਜੇ ਮੱਛੀਆਂ ਪਾਲਣ ਵਾਲੇ ਉਹਨਾਂ ਦਾ, ਇਹ ਸਾਰਿਆਂ ਦੀ ਇੱਕ ਸਾਂਝੀ ਲੜਾਈ ਅੱਜ ਦੇ ਸਮੇਂ ਦੇ ਵਿੱਚ ਬਣੀ ਆ। ਜਿਹੜੀ ਲੜਾਈ ਦੇ ਵਾਸਤੇ ਅੱਜ ਸਾਨੂੰ ਇਸ ਜਗ੍ਹਾ 'ਤੇ ਇਕੱਠੇ ਹੋ ਕੇ ਸੋਚ ਵਿਚਾਰ ਦੀ ਲੋੜ ਹੈ, ਜਿਹਦੇ ਵਿੱਚ ਗੀਤਕਾਰਾਂ ਨੇ, ਕਵੀਆਂ ਨੇ, ਲੇਖਕਾਂ ਨੇ, ਰੰਗਕਰਮੀਆਂ ਨੇ ਵੀ ਆਪਣਾ ਯੋਗਦਾਨ ਪਾਉਣਾ ਤੇ ਪਾ ਰਹੇ ਨੇ। ਜਿਸ ਮੌਕੇ ਆਪਾਂ ਮਾਨਵਤਾ ਕਲਾ ਮੰਚ ਨਗਰ ਦੇ ਸੱਦੇ ਦੇ ਉੱਤੇ ਸਿਰ ਜੋੜ ਕੇ ਬੈਠੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤੇ ਮੁਲਕ ਦੇ ਫਿਕਰਾਂ ਦੀ ਸਾਂਝ ਪਾ ਰਹੇ ਹਾਂ, ਤਾਂ ਉਸ ਮੌਕੇ ਦੇ ਉੱਤੇ ਦਿੱਲੀ ਦੇ ਸਾਰੇ ਮੋਰਚਿਆਂ ਦੇ ਉੱਤੇ ਇਸੇ ਤਰ੍ਹਾਂ 1 ਮਈ ਦਾ ਦਿਹਾੜਾ ਮਨਾਇਆ ਜਾ ਰਿਹਾ। ਪੰਜਾਬ ਦੇ ਵਿੱਚ ਵੀ ਜਿੱਥੇ ਕਿਤੇ ਵੀ ਮੋਰਚੇ ਲੱਗੇ ਨੇ, ਚਾਹੇ ਟੋਲ ਪਲਾਜ਼ੇ ਨੇ, ਚਾਹੇ ਮੌਲ ਪਲਾਜ਼ੇ ਨੇ, ਚਾਹੇ ਉਹ ਭਾਜਪਾ ਦੇ ਘਰ ਨੇ, ਉਹਨਾਂ ਸਾਰੇ ਘਰਾਂ ਦੇ ਅੱਗੇ ਵੀ ਅੱਜ ਇਸੇ ਤਰ੍ਹਾਂ ਗੀਤ, ਸੰਗੀਤ, ਨਾਟਕ, ਨੁੱਕੜ ਨਾਟਕ ਕੁਝ ਨਾ ਕੁਝ ਸਾਰੇ ਪੰਜਾਬ 'ਚ ਤੇ ਦੇਸ਼ 'ਚ ਹੋ ਰਹੇ ਆ। ਅਸੀਂ ਉਹਨਾਂ ਦੇ ਨਾਲ ਆਵਾਜ਼ ਮਿਲਾਉਂਦੇ ਹੋਏ ਮਾਨਵਤਾ ਕਲਾ ਮੰਚ ਨਗਰ ਦੇ ਵੱਲੋਂ ਇਹ ਜਿਹੜਾ ਉੱਦਮ ਕੀਤਾ ਹੈ, ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਸਾਰੀਆਂ ਇਕਾਈਆਂ ਜਿਹੜੀਆਂ ਲੱਗੀਆਂ ਨੇ, ਅਸੀਂ ਇਸ ਗੱਲ 'ਤੇ ਮੁਬਾਰਕਬਾਦ ਦਿੰਦੇ ਹੋਏ ਤੁਹਾਡੇ ਸਾਹਮਣੇ ਇਸ ਦੌਰ ਦੇ ਅੰਦਰ ਇਸ ਉੱਦਮ ਲਈ ਇੱਕ ਵਾਰੀ ਫਿਰ ਮੈਂ ਉਸ ਇਕਾਈ ਨੂੰ ਸਲਾਮ ਕਰਦਾ ਤੇ ਇਸੇ ਮੌਕੇ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਆਪਣੇ ਵੱਲੋਂ ਸੱਦਾ ਦੇਵਾਂਗਾ ਤਾਂ ਜੋ ਆਪਣਾ ਵਕਤ ਬਚ ਜਾਵੇ। ਸੰਦੀਪ ਆਪਣਾ ਕੈਮਰਾ ਨਾਲ ਇਹਨਾਂ ਨੂੰ ਦੇ ਦਿਓ, ਉਹਨਾਂ ਨੂੰ ਦੇ ਦਿਓ। ਤੇ ਮੈਂ ਤੁਹਾਡੇ ਸਾਹਮਣੇ ਬਹੁਤ ਵੱਡੀ ਗੱਲ ਰੱਖਣ ਲੱਗਿਆ। ਸੰਦੀਪ ਦਾ ਪਿੰਡ ਆਪ ਦੱਸੇਗਾ ਆਦਮਪੁਰ ਦੇ ਬਿਲਕੁਲ ਲਾਗੇ ਹੈ। ਪਿਛਲੇ ਲੰਬੇ ਸਮੇਂ ਤੋਂ ਕਵਿਤਾ ਵੀ ਲਿਖਦਾ ਹੈ, ਕਵਿਤਾ ਵੀ ਬੋਲਦਾ ਹੈ, ਇੱਕ ਪਾਤਰੀ ਨਾਟਕ ਵੀ ਕਰਦਾ ਹੈ, ਲਿਖਦਾ ਵੀ ਹੈ। ਬਹੁਤ ਕਮਾਲ ਦਾ ਜਿਹੜਾ YouTube ਦਾ ਇਲੈਕਟ੍ਰੋਨਿਕ ਕੰਮ, ਜਿਹੜਾ ਕੰਪਿਊਟਰ ਮੋਬਾਈਲ ਦੇ ਉੱਤੇ ਕਰਨ ਦਾ, ਫਿਲਮਾਂ ਕਰਨ ਦਾ, ਇਸ ਕੰਮ ਦੇ ਵਿੱਚ ਵੀ ਹੱਥ ਘਰ ਦੀਆਂ ਤੰਗੀਆਂ, ਘਰ ਦੀਆਂ ਮਜਬੂਰੀਆਂ ਬਹੁਤ ਕੁਝ ਕਰਵਾਉਂਦੀਆਂ ਨੇ। ਇਹਨੂੰ ਤੀਜੀ ਅੱਖ ਜਾਗੀ ਪਿਛਲੇ ਸਮੇਂ ਦੇ ਅੰਦਰ। ਅਸੀਂ ਕੁਝ ਮਿਲਣ ਗਿਲਣ ਲੱਗੇ, ਘੁੱਟ ਕੇ ਜੱਫੀਆਂ ਪਾਉਣ ਲੱਗੇ, ਇਹਨਾਂ ਨੂੰ ਦੇ ਨਾਲ ਕੁਝ ਗੱਲਾਂ ਹੋਈਆਂ। ਉਹਨਾਂ ਗੱਲਾਂ ਦਾ ਮਤਲਬ ਸਾਡੇ ਕੋਲ, ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਕਿ ਇਹਨੇ ਇੰਨਾ ਕਸਰ ਹੋ ਕੇ ਬੋਲਿਆ। ਇਹਨੇ ਕਿਹਾ ਕਿ ਜੇ ਬੁੱਧੂਆ ਦੇ ਹੱਥ 'ਚ, ਗੁਰਸ਼ਰਨ ਭਾਜੀ ਦੇ ਦੋਸਤ ਦੇ ਹੱਥ 'ਚ ਕਲਮ ਖੋ ਕੇ ਝਾੜੂ ਫੜਾ ਦਿੱਤਾ ਸੀ, ਅੱਜ ਮੇਰੇ ਹੱਥ 'ਚ ਵੀ ਅੱਜ ਦੇ ਸਮੇਂ ਨੇ ਕਲਮ ਖੋ ਕੇ ਮੇਰੇ ਹੱਥ 'ਚ ਇਹਦੇ ਕੂਚੀ ਫੜਾ ਦਿੱਤੀ ਹੈ, ਕੰਧਾਂ 'ਤੇ ਰੰਗ। ਤੇ ਇਹਨੇ ਫੈਸਲਾ ਕੀਤਾ ਕਿ ਮੈਂ ਮਾਨਵਤਾ ਕਲਾ ਮੰਚ ਨਗਰ ਦੇ ਸੱਦੇ ਦੇ ਉੱਤੇ ਜਾ ਕੇ ਉਸ ਦਿਨ ਐਲਾਨ ਕਰੂੰਗਾ ਕਿ ਮੈਂ ਅੱਜ ਤੋਂ ਬਾਅਦ ਕੂਚੀ ਦੀ ਬਜਾਏ ਸਾਰਾ ਸਮਾਂ ਆਪਣੀ ਕਲਮ ਚੱਕ ਕੇ ਆਪਣੇ ਰੰਗ ਲੋਕਾਂ ਦੇ ਲਿਖ ਕੇ ਖੁਦ ਤੁਹਾਡੇ ਨਾਲ 2-4 ਮਿੰਟ ਦੇ ਵਿੱਚ ਆਪਣੀ ਗੱਲ ਵੀ ਕਰਨਗੇ, ਆਪਣੀ ਕਵਿਤਾ ਵੀ ਕਰਨਗੇ। ਸਾਡਾ ਬਹੁਤ ਪਿਆਰਾ ਸੰਦੀਪ ਕੁਮਾਰ ਗਰਗ। ਸਾਥੀਓ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਲਾਲ ਸਲਾਮ। ਮੇਰਾ ਪਿੰਡ ਦਾਦੂਪੁਰ ਗੁਰੂਆ, ਹਲਕਾ ਸ਼ਾਮ 84 ਦੇ ਵਿੱਚ ਪੈਂਦਾ ਤੇ ਵਕਤ ਬੜਾ ਨਾਜ਼ੁਕ ਆ ਲਗਭਗ ਪੂਰੀ ਦੁਨੀਆ 'ਤੇ, ਪਰ ਸਾਡੇ ਦੇਸ਼ 'ਤੇ ਮੈਂ ਕਹੂੰਗਾ ਜ਼ਿਆਦਾ, ਕਿਉਂਕਿ ਆਰਥਿਕ ਹਮਲੇ ਦੇ ਨਾਲ ਨਾਲ ਸਾਡੇ 'ਤੇ ਧਾਰਮਿਕ ਤੇ ਜਾਤੀ ਹਮਲਾ ਵੀ ਹੋ ਰਿਹਾ ਤਾਕਤ ਦੇ ਨਾਲ। ਤੇ ਜਦੋਂ ਤੋਂ ਮੁੱਢਲਾ ਕਮਿਊਨਿਜ਼ਮ ਲੰਘ ਗਿਆ ਤੇ ਸ਼ੋਸ਼ਣ ਦਾ ਦੌਰ ਸ਼ੁਰੂ ਹੋ ਗਿਆ, ਸਥਾਪਤੀ ਦੇ ਖਿਲਾਫ ਲਹਿਰਾਂ ਉੱਠਦੀਆਂ ਰਹੀਆਂ ਤੇ ਸਥਾਪਤੀ ਨੂੰ ਹਮੇਸ਼ਾ ਵਹਿਮ ਰਿਹਾ ਕਿ ਮੈਂ ਇਹਨਾਂ ਲਹਿਰਾਂ ਨੂੰ ਲੋਕ ਪੱਖੀ ਕਾਰਜ ਨੂੰ ਖਤਮ ਕਰ ਦੇਵਾਂਗੀ, ਪਰ ਨਹੀਂ। ਅੱਜ ਵੀ ਦਿੱਲੀ ਦੇ ਮੋਰਚੇ ਦੇ ਮਜ਼ਦੂਰ, ਕਿਸਾਨ ਧਰਮ ਦੇ ਨਾਂ 'ਤੇ, ਕਾਸਟ ਦੇ ਨਾਂ 'ਤੇ ਅਗਾਂਹ ਵਧੂ ਲੋਕ ਲੜ ਰਹੇ ਨੇ। ਤੇ ਮੇਰੀ ਇਹ ਇੱਛਾ ਕਿ ਮੈਂ ਇਸ ਲੜਾਈ ਦਾ ਇੱਕ ਨਗੂਣਾ ਜਿਹਾ ਹਿੱਸਾ ਬਣਾ। ਤੇ ਮੈਂ ਆਪਣੀ ਕਵਿਤਾ ਸੁਣਾਉਣ ਤੋਂ ਪਹਿਲਾਂ ਇੱਕ ਗੱਲ ਕਰਨੀ ਚਾਹੁੰਦਾ, ਚਾਹੇ ਜਜ਼ਬਾਤੀ ਆ ਕਿੰਨਾ ਵੀ ਆ। ਮੈਂ ਅੱਜ ਜਦੋਂ ਮੈਂ ਕੱਲ ਆਇਆ ਕੰਮ ਛੱਡ ਕੇ, ਤੇ ਮੈਂ ਆਪਣੇ ਰੰਗ ਵਾਲੇ ਕੱਪੜੇ ਨਾਲ ਲੈ ਆਇਆ। ਜਿਹੜੇ ਮੇਰੇ ਕੱਪੜੇ ਰੰਗ ਨਾਲ ਲਿਬੜੇ ਸੀ ਉਹ ਮੈਂ ਨਾਲ ਲੈ ਕੇ ਆਇਆ, ਬੂਟ ਆਪਣੇ ਨਾਲ ਲੈ ਆਇਆ ਕਾਪੇ ਉਹ ਮੇਰੀ ਮੰਮੀ ਨੇ ਧੋ ਦੇਣੇ ਆ। ਤੇ ਉਹਨੂੰ ਮੈਂ ਕਹਿ ਦੇਣਾ ਇਹ ਤੂੰ ਉੱਥੇ ਰੱਖੀ ਜਿੱਥੇ ਮੈਂ ਸੌਣਾ ਆ, ਉਹਦੇ ਥੱਲੇ। ਇਹ ਮੇਰੀ ਕਮਾਈ ਦਾ ਹਿੱਸਾ ਹੈ। ਤੇ ਇਸ ਅੰਦੋਲਨ 'ਚ ਕਿਤੇ ਵੀ ਮੇਰੀ ਜਾਨ ਜਾਂਦੀ ਆ ਜਾਂ ਕੋਈ ਗੱਲ ਹੁੰਦੀ ਆ, ਉਹ ਕੱਪੜੇ ਮੇਰੇ ਕੋਲੇ
ਉਹ ਮੇਰੀ ਕਮਾਈ ਦਾ ਹਿੱਸਾ ਹੈ। ਮੇਰੇ ਉਸ ਹਿੱਸਾ ਮੇਰੀ ਜ਼ਿੰਦਗੀ ਦਾ ਜਿਹੜਾ ਮੈਂ ਕਿਰਤ ਕੀਤੀ ਆ, ਤੇ ਕਿਰਤ ਦੀ ਸਭ ਤੋਂ ਵੱਧ ਲੁੱਟ ਹੋ ਰਹੀ ਆ। ਇਸ ਲਈ ਮੇਰੇ ਕਿਰਤੀ ਸਾਥੀਓ, ਅਸੀਂ ਕਿਰਤ ਲਈ ਲੜਨਾ ਆ, ਕਿਰਤ ਬਚਾਉਣ ਲਈ ਆਪਣੇ ਹੱਕ ਲਈ ਲੜਨਾ। ਤੇ ਕਪਤਾਨ ਮੈਂ ਤੁਹਾਡੇ ਸਾਹਮਣੇ ਰੱਖਣਾ ਰੰਗਤ, ਕਿਉਂਕਿ ਆਤਮਾ ਨੇ ਬਹੁਤ ਜ਼ੋਰ ਲਾਇਆ ਕਿ ਸਾਡਾ ਅੰਦੋਲਨ ਖਤਮ ਹੋ ਜਾਏ, ਟੁੱਟ ਜਾਏ, ਪਰ ਅਸੀਂ ਲੜਿਆਂ ਤੇ ਲੜਦੇ ਰਹਾਂਗੇ। ਸੁਣਿਆ ਸੀ ਤੇਰੀ ਮਹਿਫਿਲ ਵਿੱਚ ਬੜੀ ਰੰਗਤ ਹੁੰਦੀ ਹੈ, ਸੁਣਿਆ ਸੀ ਤੇਰੀ ਮਹਿਫਿਲ ਵਿੱਚ ਬੜੀ ਰੰਗਤ ਹੁੰਦੀ ਹੈ। ਵੇਖ ਮੈਂ ਆ ਗਿਆ ਹਾਂ ਤੇਰੀ ਮਹਿਫਿਲ ਵਿੱਚ, ਵੇਖ ਮੈਂ ਆ ਗਿਆ ਹਾਂ ਤੇਰੀ ਮਹਿਫਿਲ ਵਿੱਚ। ਪਰੇਸ਼ਾਨ ਨਾ ਹੋਈ, ਮੈਂ ਕੁਝ ਨਹੀਂ ਬੋਲਾਂਗਾ, ਬਸ ਸੱਚ ਤੇ ਝੂਠ ਦੇ ਪੱਲਿਆਂ ਵਿੱਚ ਸਹੀ ਤੇ ਗਲਤ ਤੋਲਾਂਗਾ। ਰੰਗਤ ਹੈ ਤੇਰੀ ਮਹਿਫਿਲ ਵਿੱਚ, ਰੰਗਤ ਹੈ ਤੇਰੀ ਮਹਿਫਿਲ ਵਿੱਚ ਅੱਜ ਨੰਗੀ ਔਰਤ ਦੇ ਜਿਸਮ ਦੀ, ਪਰ ਮੈਨੂੰ ਤੇ ਆਸ ਸੀ ਕਿ ਤੂੰ ਗੱਲ ਕਰੇਗਾ ਕਿਸੇ ਮਿਹਨਤੀ ਔਰਤ ਦੇ ਬਖਸ਼ੀ ਤੋਂ ਪਾਟੇ ਹੋਏ ਬਲੌਜ ਦੀ। ਤੂੰ ਤੇ ਨਮਾਇਸ਼ ਲਾਈ ਹੈ ਕੁਵਾਰੀ ਮਾਂ ਦੇ ਦੁੱਧ ਦੀ, ਤੂੰ ਤੇ ਨਮਾਇਸ਼ ਲਾਈ ਹੈ ਕੁਵਾਰੀ ਮਾਂ ਦੇ ਦੁੱਧ ਦੀ, ਪਰ ਮੈਂ ਤੇ ਸੁਹਾਗਣ ਮਾਂ ਦੇ ਦੁੱਧ ਦੀ ਤਾਕਤ ਵੇਖਣ ਕੀ ਬਾਤ, ਪਰ ਮੈਂ ਤੇ ਸੁਹਾਗਣ ਮਾਂ ਦੇ ਦੁੱਧ ਦੀ ਤਾਕਤ ਵੇਖਣ ਆਇਆ ਸਾਂ। ਤੇਰੀ ਮਹਿਫਲ ਤੇ ਔਰਤ ਨੂੰ ਬੇਵਫਾ ਬਣਾ ਕੇ ਪੇਸ਼ ਕਰਦੀ ਹੈ, ਤੇਰੀ ਮਹਿਫਲ ਤੇ ਔਰਤ ਨੂੰ ਬੇਵਫਾ ਬਣਾ ਕੇ ਪੇਸ਼ ਕਰਦੀ ਹੈ। ਮੈਂ ਤੇ ਉਸ ਨੂੰ ਮਾਂ, ਭੈਣ, ਪਤਨੀ, ਦੋਸਤ ਤੇ ਪਿਆਰ ਸਮਝ ਕੇ ਸਾਡੇ ਪ੍ਰਤੀ ਬੜੀ ਬੇਰੁਖੀ ਤੇਰੀ ਸੋਚ ਹੈ, ਸਾਡੇ ਪ੍ਰਤੀ ਬੜੀ ਬੇਰੁਖੀ ਹੈ ਤੇਰੀ ਸੋਚ। ਤੂੰ ਤੇ ਸਿਰਫ ਗੱਲ ਕਰਦਾ ਹੈ ਕੁਰਸੀ ਤੇ ਬੈਠੇ ਬਾਬੂ ਦੀ, ਪਰ ਮੇਰੇ ਲਈ ਮਹਾਨ ਨੇ ਮਿੱਟੀ ਨਾਲ ਮਿੱਟੀ ਹੁੰਦਾ ਉਹ ਆਦਮੀ ਜਿਸ ਨੇ ਜ਼ਿੰਦਗੀ ਦੇ ਸੁਪਨੇ ਸਿਰਜੇ ਨੇ। ਅਸੀਂ ਤੇ ਲੜਦੇ ਹਾਂ ਜੰਗ ਹੱਕਾਂ ਹਕੂਕਾਂ ਦੀ, ਅਸੀਂ ਤੇ ਲੜਦੇ ਹਾਂ ਜੰਗ ਹੱਕਾਂ ਹਕੂਕਾਂ ਦੀ, ਪਰ ਤੇਰੇ ਪਾਲੇ ਸਾਰੇ ਮਿਰਜੇ ਨੇ, ਪਰ ਤੇਰੇ ਪਾਲੇ ਸਾਰੇ ਮਿਰਜੇ ਨੇ। ਤੇਰੀ ਮਹਿਫਿਲ ਵਿੱਚ ਜ਼ਿਕਰ ਹੈ, ਤੇਰੀ ਮਹਿਫਿਲ ਵਿੱਚ ਜ਼ਿਕਰ ਹੈ ਹਰ ਭਜਨ ਦੀ ਗੇਂਦ ਤੇ ਧੌਣੀ ਦੇ ਬੱਲੇ ਦੀ, ਤੇਰੀ ਮਹਿਫਿਲ ਵਿੱਚ ਤੇ ਜ਼ਿਕਰ ਹੈ ਹਰ ਭਜਨ ਦੀ ਗੇਂਦ ਤੇ ਧੌਣੀ ਦੇ ਬੱਲੇ ਦੀ, ਪਰ ਮੈਂ ਤੇ ਗੱਲ ਕਰਨੀ ਹੈ ਸ਼ਹੀਦਾਂ ਦੇ ਕਫਨ ਦੀ ਜਿੰਦੀ ਤੂੰ ਬੋਲੀ ਲਾ ਦਿੱਤੀ, ਪਰ ਮੈਂ ਤੇ ਗੱਲ ਕਰਨੀ ਹੈ ਸ਼ਹੀਦਾਂ ਦੇ ਕਫਨ ਦੀ ਜਿੰਦੀ ਤੂੰ ਬੋਲੀ ਲਾ ਦਿੱਤੀ ਹੈ। ਤੁਹਾਡੇ ਕੌਣ ਬਿਨਾਂ ਇਲਾਜ ਤੋਂ ਮਰਦਾ ਹੈ, ਤੁਹਾਡੇ ਕੌਣ ਬਿਨਾਂ ਇਲਾਜ ਤੋਂ ਮਰਦਾ ਹੈ, ਪਰ ਮੇਰਾ ਯਾਰ ਨੱਥੂ ਤੇ ਅੱਜ ਵੀ ਵੱਡੀ ਉਂਗਲ ਤੇ ਪਿਸ਼ਾਬ ਕਰਦਾ ਹੈ, ਪਰ ਮੇਰਾ ਯਾਰ ਨੱਥੂ ਤੇ ਅੱਜ ਵੀ ਵੱਡੀ ਉਂਗਲ ਤੇ ਪਿਸ਼ਾਬ ਕਰਦਾ ਹੈ। ਔਰ ਫਰਮਾਨਾ ਸਾਥੀ ਜੀ, ਸਾਈਕਲ ਦੀ ਕ੍ਰੈਂਕ ਵਿੱਚ, ਸਾਈਕਲ ਦੀ ਕ੍ਰੈਂਕ ਵਿੱਚ ਲੱਕੜ ਦਾ ਟੁਕੜਾ ਫਸਾ ਕੇ ਡੰਗ ਸਾਰਦਾ ਹਾਂ, ਸਾਈਕਲ ਦੀ ਕ੍ਰੈਂਕ ਵਿੱਚ ਲੱਕੜ ਦਾ ਟੁਕੜਾ ਫਸਾ ਕੇ ਡੰਗ ਸਾਰਦਾ ਹਾਂ। ਮੁੱਲ ਬਹੁਤ ਹੋ ਗਿਆ ਹੈ ਪੈਂਡਲ ਦਾ, ਮੁੱਲ ਬਹੁਤ ਹੋ ਗਿਆ ਹੈ ਪੈਂਡਲ ਦਾ, ਮੈਨੂੰ ਕੀ ਭਾਅ ਹੈ ਬੰਦਰਾਂ ਦੇ ਮੈਡਲ ਦਾ। ਤੁਸੀਂ ਤੇ ਗੱਲ ਕੀਤੀ ਹੈ ਆਪਣੇ ਸਵਾਦਾਂ ਦੇ ਰੱਜ ਦੀ, ਪਰ ਮੈਨੂੰ ਤੇ ਫਿਕਰ ਹੈ ਆਪਣੀ ਟੁੱਕੜ ਹੋਈ ਮੱਝ ਦੀ। ਤੇਰੀਆਂ ਕੰਧਾਂ ਦੇ ਛਿੜਕੇ ਹੋਏ ਕੀਮਤੀ ਇਤਰਾਂ ਦੀ ਮਹਿਕ ਮੈਨੂੰ ਤੇ ਸੜੇ ਹੋਏ ਮਾਸ ਦੀ ਬਦਬੂ ਜਾਪਦੇ ਨੇ। ਕਿਹੋ ਜਿਹਾ ਹੈ ਤੇਰੀ ਮਹਿਫਲ ਦਾ ਇਨਸਾਫ, ਮੈਂ ਤੇ ਡੁੱਲੇ ਪਸੀਨੇ ਦੀ ਕੀਮਤ ਮੰਗੀ ਸੀ ਤੇ ਤੂੰ ਮੇਰੇ ਹੱਥਾਂ ਵਿੱਚ ਹਥਿਆਰ ਥਮਾ ਦਿੱਤਾ ਹੈ। तेरी महफिल रंगीन होके भी बेरंग है, सुंदर होके भी बेढंग है, क्योंकि तेरी महफिल साडे भुखे ढिड्डां नूं सोने दी खान कहंदी है। इंसानियत दी भीड़ विच किसे नूं हिंदू ते किसे नूं मुसलमान। क्या बात, बड़ी बेरहम है तेरी महफिल, भुख नाल बिलकदे बच्चों की आवाज नूं अमन दा पैगाम कहंदी है, मार के मजलूमां नूं तरक्की दा इंतजाम कहंदी है। हाले ते रात बाकी है, हाले ते बाग बाकी है, बैठ जा उठ क्यों गया है। कौड़ा ते दादी तैनूं जरूर लगेगा, कौड़ा ते दादी तैनूं जरूर लगेगा, क्योंकि उसने सच बोलण दी युरत कीती है, क्योंकि उसने सच बोलण दी युरत कीती है। तू सोचदा सी असीं कमजोर हां, तू सोचदा सी कि असीं कमजोर हां, तू सानूं तोड़ देवेगा। देख तू एक बार तोड़िया सी, असीं फिर जुड़ के आए हां। क्या बात, देख तू एक बार तोड़िया सी, असीं फिर जुड़ के आए हां। तू फिर तोड़ेगा, असीं फिर जोड़ांगे, तू फिर तोड़ेगा, असीं फिर जोड़ांगे। तू बार बार तोड़ेगा, असीं बार बार जुड़ते रहांगे, जदों तक तू टुट के बिखर नहीं जाता। बहुत खूब, बहुत खूब, बहुत। बाबा नज़मी जी कहते ने कि इस समय दा सच है नानक दा फरमान, देखो सदियां बाद भी कूड़ फिरे प्रताप। मैं बेनती करती हाँ मानता कला मंच नगर के कलाकार मनदीप नगर जी नूं कि वो अपने विचार पेश करेंगे। ਇੱਥੇ ਪਹੁੰਚੇ ਆ ਇਹ ਜੋ ਸਾਡਾ ਇੱਕ ਨਿੱਕਾ ਜਿਹਾ ਸੁਨੇਹਾ ਜਿਹੜਾ ਲੱਗਾ ਤੁਹਾਨੂੰ ਤੇ ਤੁਸੀਂ ਇੱਕ ਨਿੱਕੇ ਸੁਨੇਹੇ ਤੇ ਆਪਣੇ ਸਾਰੇ ਰੁਝਾਨਾਂ ਚੋਂ ਟਾਈਮ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ।
ਤੇ ਮਜ਼ਦੂਰ ਦਿਵਸ ਤੇ ਪਹਿਲਾਂ ਇੱਕ ਅਸੀਂ ਨਾਰਾ ਲਾਵਾਂਗੇ ਸਾਰੇ ਛੋਟਾ ਜਿਹਾ। ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਜਿੱਦਾਂ ਕਿ ਸਾਡੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਸ਼੍ਰੀ ਅਮੋਲਕ ਸਿੰਘ ਜੀ, ਜਿਨ੍ਹਾਂ ਦੇ ਬਹੁਤ ਵੱਡੇ ਵਡਮੁੱਲੇ ਜਿਹੜੇ ਵਿਚਾਰ ਆ ਉਹ ਸੁਣਨ ਨੂੰ ਬਹੁਤ ਟਾਈਮ ਲੱਗਦਾ, ਪਰ ਅਸੀਂ ਇੱਥੇ ਬਹਿ ਕੇ ਬੜੇ ਕਰਮਾਂ ਭਾਗਾਂ ਵਾਲੇ ਆ ਕਿ ਇਦਾਂ ਦੇ ਵਿਚਾਰ ਜਿਹੜੇ ਸਾਨੂੰ ਸੁਣਨ ਨੂੰ ਮਿਲ ਰਹੇ ਆ। ਜੋ ਅੱਜ ਦੇ ਹਾਲਾਤ ਆ ਉਹ ਹਾਲਾਤ ਬੜੇ ਨਾਜ਼ੁਕ ਆ। ਜੇ ਇਹਨਾਂ ਹਾਲਾਤਾਂ ਦੇ ਗੌਰ ਨਹੀਂ ਕੀਤੀ ਗਈ ਤਾਂ ਕਿਸੇ ਇੱਕ ਵੀ ਤਬਕੇ ਨੂੰ ਕੋਈ ਵੀ ਘਾਟਾ ਨਹੀਂ ਪੈਣਾ। ਸਾਰੇ ਜਿੰਨੀ ਵੀ ਮਜ਼ਦੂਰ ਜਮਾਤ ਆ, ਜਿੰਨੇ ਵੀ ਜਿਹਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਸ਼ੋਸ਼ਿਤ ਵਰਗ, ਸ਼ੋਸ਼ਿਤ ਕੋਈ ਵੀ ਹੋ ਸਕਦਾ, ਉਹ ਬ੍ਰਾਹਮਣ ਵੀ ਹੋ ਸਕਦਾ, ਜੱਟ ਵੀ ਹੋ ਸਕਦਾ, ਧੀਰ ਵੀ ਹੋ ਸਕਦਾ, ਨਾਈ ਵੀ ਹੋ ਸਕਦਾ। ਸਭ ਤੋਂ ਪਹਿਲਾਂ ਤਾਂ ਸਾਨੂੰ ਜਾਤੀਵਾਦ ਤੋਂ ਉੱਠਣ ਦੀ ਬਹੁਤ ਲੋੜ ਆ। ਜੇ ਸਾਡੇ ਦਰਮਿਆਨ ਜਾਤੀਵਾਦ ਜਿਹੜਾ ਉੱਭਰਦਾ, ਇੱਕ ਇਸ ਵੇਲੇ ਉੱਭਰਦਾ ਹੋਇਆ ਵਰਡ ਆ ਜਾਤੀਵਾਦ। ਜਾਤੀਵਾਦ ਕੋਈ ਵੀ ਮਾੜਾ ਆ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਿਹਾ ਸੀ ਕਿ ਸ਼ੋਸ਼ਿਤ ਵਰਗ ਕੋਈ ਵੀ ਹੋ ਸਕਦਾ। ਜੇ ਅਸੀਂ ਉਹਨਾਂ ਦੀ ਆਈਡੀਓਲੋਜੀ ਤੇ ਚੱਲਾਂਗੇ ਤਾਂ ਅਸੀਂ ਜਿਹੜੀ ਆਪਣੇ ਸ਼ੋਸ਼ਣ ਨੂੰ ਰੋਕਿਆ ਜਾ ਸਕਦਾ ਆ, ਕਿਉਂਕਿ ਸ਼ੋਸ਼ਣ ਦਾ ਜੇ ਵਿਸ਼ਲੇਸ਼ਣ ਕਰੀਏ ਤਾਂ ਬਹੁਤ ਜ਼ਿਆਦਾ ਵਿਸ਼ਾਲ ਹੋ ਜਾਂਦਾ ਆ। ਜਿਵੇਂ ਕਿ ਹੁਣ ਤੁਸੀਂ ਦੇਖਦੇ ਆ ਕਿ ਇੱਕ ਛੋਟੀ ਜਿਹੀ ਤੁਹਾਨੂੰ ਘਟਨਾ ਸੁਣਾਉਣੀ ਚਾਹੂੰਗਾ ਕਿ ਜਿਹੜਾ ਇਹ ਆਪਣਾ ਮਜ਼ਦੂਰ ਦਿਵਸ ਮਨਾਇਆ ਜਾਂਦਾ ਕਿ ਇੱਕ ਇੱਦਾਂ ਦਾ ਸ਼ਹਿਰ ਸੀ ਜਿੱਥੇ ਲੋਕਾਂ ਨੂੰ ਕੰਮ 'ਤੇ ਭੇਜਿਆ ਜਾਂਦਾ ਸੀ। ਜਿਵੇਂ ਕਿ ਪ੍ਰਧਾਨ ਜੀ ਦੱਸ ਕੇ ਗਏ ਆ ਕਿ ਵੀ ਕੋਈ ਵੀ ਘੰਟਿਆਂ ਦਾ ਕੋਈ ਉੱਥੇ ਮੁਲਾਂਕਣ ਨਹੀਂ ਸੀ ਕਿ ਕਿੰਨੇ ਘੰਟੇ ਤੁਸੀਂ ਕੰਮ ਕਰਨਾ ਕਿ ਨਹੀਂ ਕਰਨਾ। ਉਹਨਾਂ ਲੋਕਾਂ ਨੂੰ ਉਹਨਾਂ ਨੇ ਕਦੀ ਦਿਨ ਤੇ ਰਾਤ ਦੇਖਿਆ ਹੀ ਨਹੀਂ ਸੀ। ਉਹਨਾਂ ਨੇ ਇੱਕ ਕਾਲਾ ਹਨੇਰਾ ਦੇਖਿਆ ਸੀ। ਉਸ ਹਨੇਰੇ ਦੇ ਵਿੱਚ ਉਹਨਾਂ ਨੂੰ ਰਾਤ ਨੂੰ ਕੰਮ ਤੇ ਛੱਡ ਦਿੱਤਾ ਜਾਂਦਾ ਸੀ ਤੇ ਦਿਨੇ ਵੀ ਜਦੋਂ ਕੰਮ ਤੇ ਜਾਂਦੇ ਸੀ ਮੂੰਹ ਹਨੇਰੇ ਦੇ ਉਹਨਾਂ ਨੂੰ 5 ਵਜੇ ਤੜਕੇ ਜਦੋਂ ਮੂੰਹ ਹਨੇਰਾ ਹੁੰਦਾ ਉਦੋਂ ਕੰਮ ਤੇ ਛੱਡ ਦਿੱਤਾ ਜਾਂਦਾ ਸੀ ਤੇ ਸ਼ਾਮ ਨੂੰ 8-9 ਵਜੇ ਕੱਢਿਆ ਜਾਂਦਾ ਸੀ। ਉਹਨਾਂ ਨੇ ਕਦੀ ਦਿਨ ਚੜ੍ਹਦਾ ਨਹੀਂ ਦੇਖਿਆ ਸੀ। ਤੇ ਜਿੱਦਾਂ ਕਿ ਇੱਕ ਛੋਟੀ ਜੀ ਜਿਹੜੀ ਕਿਰਨ ਆ ਉਹ ਜਦੋਂ ਆਪਣਾ ਵਿਸ਼ਾਲ ਰੂਪ ਧਾਰਨ ਕਰਦੀ ਆ ਤਾਂ ਇਦਾਂ ਦੇ ਜਿਹੜੇ ਇਤਿਹਾਸ ਬਣਦੇ ਆ। ਇੱਕ ਕਹਿੰਦੇ ਆ ਕਿ ਮਿਥਿਹਾਸ ਤੇ ਇਤਿਹਾਸ ਵਿੱਚ ਬੜਾ ਫਰਕ ਆ। ਮਿਥਿਹਾਸ ਤਾਂ ਉਹ ਹੁੰਦਾ ਕਿ ਅਸੀਂ ਬੜੀਆਂ ਡੀਂਗਾਂ ਮਾਰਦੇ ਆ ਕਿ ਅਸੀਂ ਸੁਪਰ ਪਾਵਰ ਬਣਾ ਲਵਾਂਗੇ ਜੀ, ਸਾਡੇ ਕੋਲ ਅਸੀਂ 50 ਸਾਲਾਂ ਦੇ ਵਿੱਚ ਬਹੁਤ ਬਹੁਤ ਵੱਡੀਆਂ ਜਿਹੜੀਆਂ ਉਪਲਬਧੀਆਂ ਕੀਤੀਆਂ। ਉਹ ਉਪਲਬਧੀਆਂ ਅੱਜ ਅਸੀਂ ਦੇਖ ਰਹੇ ਆ ਕਿ ਮਰੀਜ਼ ਨੂੰ ਦਿੱਲੀ ਦੇ ਵਿੱਚ ਕਾਰ ਦੇ ਵਿੱਚ ਪਾਇਆ ਜਾਂਦਾ ਪਰ ਆਕਸੀਜਨ ਤੋਂ ਬਿਨਾਂ ਉਹ ਸਾਹ ਉਹਦੇ ਜਿਹੜੇ ਆ ਉਹ ਨਿਕਲ ਜਾਂਦੇ ਆ। ਇਹ ਗੱਲਾਂ ਕਰਦੇ ਹੋਏ ਸੀਨਾ ਜਿਹੜਾ ਉਹ ਫਟ ਜਾਂਦਾ। ਜਿਹੜੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਘਟਨਾਵਾਂ ਦੇਖ ਕੇ ਜਿਹੜਾ ਕੋਈ ਵੀ ਬੰਦਾ ਉਹਦਾ ਜਿਹੜਾ ਹਿਰਦਾ ਆ ਉਹ ਬਲੁੰਦਰਿਆ ਜਾਂਦਾ। ਤੁਸੀਂ ਜੇ ਅੱਜ ਇਕੱਠੇ ਨਾ ਹੋਏ, ਇੱਕ ਸ਼ਾਇਰ ਦੀ ਬੜੀ ਬਹੁਤ ਵਧੀਆ ਗੱਲ ਹੈ ਉਹਨਾਂ ਦੀ ਲਿਖੀ ਹੋਈ ਕਿ ਕਰੋ ਕੁਝ ਹੋਸ਼ ਆਪਸ ਵਿੱਚ ਹੀ ਲੜ ਲੜ ਮਰਦੇ ਹੋ ਲੋਕੋ, ਕਰੋ ਕੁਝ ਹੋਸ਼ ਆਪਸ ਵਿੱਚ ਹੀ ਲੜ ਲੜ ਮਰਦੇ ਹੋ ਲੋਕੋ, ਤੁਸੀਂ ਬਖਸ਼ੇ ਨਹੀਂ ਜਾਣਾ ਕਰੋ ਲੱਖ ਬੰਦਗੀ ਭਾਵੇਂ, ਤੁਸੀਂ ਬਖਸ਼ੇ ਨਹੀਂ ਜਾਣਾ ਕਰੋ ਲੱਖ ਬੰਦਗੀ ਭਾਵੇਂ, ਇਬਾਦਤ ਖਾਨਿਆਂ ਅੰਦਰ ਇਬਾਦਤ ਕਰਦੇ ਹੋ ਲੋਕੋ, ਅਦਾਵਤ ਕਰਦੇ ਹੋ ਲੋਕੋ ਸੌਰੀ। ਸੋ ਇਹਨਾਂ ਸਤਰਾਂ ਦਾ ਕਹਿਣ ਦਾ ਮਤਲਬ ਇਹ ਆ ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਮਜ਼ਦੂਰ ਜਮਾਤ ਜਾਂ ਕੋਈ ਵੀ ਜਮਾਤ ਹੋਵੇ, ਜੇ ਤੁਸੀਂ ਕਹਿੰਦੇ ਆ ਕਿ ਇਤਿਹਾਸ ਦੇ ਵਿੱਚ ਅੱਜ ਤੱਕ ਜਿੰਨੇ ਵੀ ਰੈਵੋਲੂਸ਼ਨ ਆਏ ਆ ਉਹ ਇਕੱਠ ਦੇ ਨਾਲ ਹੁੰਦਾ। ਜਦੋਂ ਲੋਕਾਂ ਦਾ ਇਕੱਠ, ਇਸ ਵੇਲੇ ਸ਼ੋਸ਼ਿਤ ਵਰਗ ਇਹ ਨਹੀਂ ਕਹਿ ਸਕਦੇ, ਕਿਸੇ ਇੱਕ ਜਾਤ ਨੂੰ ਤੁਸੀਂ ਮੁੱਖ ਰੱਖ ਕੇ ਨਹੀਂ ਕਿਹਾ ਜਾ ਸਕਦਾ। ਸ਼ੋਸ਼ਿਤ ਵਰਗ ਹਰ ਇੱਕ ਬੰਦਾ ਆ ਜਿਹੜਾ ਕਿ ਚਾਹੇ ਉਹਦੀ 400 ਦਿਹਾੜੀ ਹੋਵੇ। ਤੁਸੀਂ ਇਸ ਵੇਲੇ ਦੇਖ ਲਓ ਕੱਲ ਸ਼ਾਮ ਦੀ ਇੱਕ ਛੋਟੀ ਜਿਹੀ ਘਟਨਾ ਸੁਣਾਉਂਦਾ ਕਿ ਮੈਂ ਥੋੜਾ ਲੇਟ ਹੋ ਗਿਆ, 5 ਵਜੇ ਘਰੋਂ ਫੋਨ ਆ ਗਿਆ ਕਿ ਵੀ ਪਿਆਜ਼ ਲੈ ਕੇ ਆਉਣੇ ਆ। ਪਿਆਜ਼ ਇਸ ਵੇਲੇ 100 ਰੁਪਏ ਦੇ 6 ਕਿਲੋ ਆ। ਉਹ ਪੁਲਿਸ ਵਾਲਿਆਂ ਨੇ ਉਹਨਾਂ ਦੇ ਡੰਡੇ ਮਾਰੇ। ਉਹ ਚਲੋ ਕਹਿੰਦਾ ਚੱਲ ਬਾਅਦ 'ਚ ਮੈਂ ਕੋਲ ਲੱਗ ਕੇ ਖੜਾ ਸੀ। ਪੁਲਿਸ ਸ਼ਾਸਨ ਤੇ ਪ੍ਰਸ਼ਾਸਨ ਦੋਨਾਂ ਹੀ ਕਰਪਟ ਆ। ਹਰ ਬੰਦਾ ਕਰਪਟ ਆ ਕਿ ਛੋਟੀ ਤੋਂ ਲੈ ਕੇ ਵੱਡੀ ਇਹ ਜਿਹੜੀ ਸਤਰ ਇੱਦਾਂ ਚੱਲਦੀ ਆ। ਇੱਥੇ ਚੌਕੀ ਤੇ ਜਿਹੜਾ ਬੈਠਾ ਕੱਲਾ ਉਹ ਕਰਪਟ ਨਹੀਂ ਆ, ਇਹ ਥੱਲੇ ਤੋਂ ਚੱਲਦਾ ਆ, ਉੱਪਰੋਂ ਆਉਂਦਾ ਆ। ਜੇ ਆਪਾਂ ਕਹੀਏ ਵੀ ਕਿ ਇੱਕ ਲਹਿਰ ਜਿਹੜੀ ਆ ਥੱਲੇ ਤਾਂ ਨੂੰ ਜਾਂਦੀ, ਇਹ ਜਿਹੜੀ ਲਹਿਰ ਆ ਇਹ ਉੱਪਰੋਂ ਥੱਲੇ ਨੂੰ ਆਉਂਦੀ ਆ। ਕਿ ਜਿਹੜੀ ਕਰਪਸ਼ਨ ਆ ਉਹ ਜਿਹੜੀ ਸਾਡੇ ਹੁਕਮਰਾਨ ਆ ਉਹ ਸਾਨੂੰ ਸਿਖਾ ਰਹੇ ਆ। ਜੇ ਸਾਨੂੰ ਪ੍ਰੋਪਰ ਸਾਨੂੰ ਦਿਹਾੜੀ ਮਿਲੇ, ਪ੍ਰੋਪਰ ਇੱਕ ਜਿਹੜਾ ਆ ਉਹ ਕਿਸੇ ਵੀ ਫਸਲ ਦਾ ਜਿਹੜਾ ਮੁੱਲ ਲਾਇਆ ਗਿਆ ਉਹ ਪ੍ਰੋਪਰ ਹੋਵੇ ਤਾਂ ਕਿਸੇ ਵੀ ਬੰਦੇ ਨੂੰ ਜਿਹੜੀ ਉਹ ਰਿਸ਼ਵਤ ਲੈਣ ਦੀ ਲੋੜ ਨਹੀਂ ਪਊ।
ਤਾਂ ਮੇਰੇ ਸਾਹਮਣੇ ਉਹਨੇ ਨਾਲੇ ਡੰਡਾ ਮਾਰਿਆ, ਇੱਕ ਲੇਡੀ ਸੀ, ਨਾਲੇ ਉਤੋਂ ਰੁਪਈਆ ਲੈ ਗਿਆ 2000। ਮੈਂ ਉਹਨਾਂ ਨੂੰ ਪੁੱਛਿਆ ਵੀ ਪਿਆਜ਼ ਚਾਹੀਦੀ ਆ, ਵੀ ਪਿਆਜ਼ ਮਿਲ ਸਕਦੇ ਹੋ? ਕਹਿੰਦੀ ਮਿਲ ਜੂਗੀ, ਵੀ ਇੱਥੇ ਨਹੀਂ, ਉਹ ਘਰੇ ਉੱਧਰ ਮੈਂ ਲਿਆ ਕੇ ਦੇ ਦਿੰਦੀ ਹਾਂ। ਮੈਂ ਕਿਹਾ ਵੀ ਕੀ ਭਾਅ? ਉਹ ਕਹਿੰਦੀ ਵੀ 100। ਉਹ ਕਹਿੰਦੀ 100 ਰੁਪਏ ਦੇ 4 ਕਿਲੋ। ਮੈਂ ਕਿਹਾ ਹੁਣ ਤਾਂ ਹਜੇ ਬੰਦਾ ਲੈ ਗਿਆ 100 ਰੁਪਏ ਦੇ 6 ਕਿਲੋ। ਉਹ ਕਹਿੰਦੀ ਵੀ ਹੁਣ ਨਹੀਂ ਮਿਲਣਾ, ਹੁਣ 100 ਦੇ 4 ਕਿਲੋ ਹੀ ਮਿਲਣੇ ਆ। ਮੈਂ ਕਿਹਾ ਵੀ ਮੈਂ ਤੁਹਾਡੀ ਗੱਲ ਸਮਝ ਗਿਆ, ਚਲੋ ਕੋਈ ਗੱਲ ਨਹੀਂ। ਜਿਹੜਾ ਆਪਾਂ ਦਾ ਘਰੇ ਜਿਹੜੀ ਰੋਟੀ ਪਾਣੀ ਉਹਦਾ ਖਾਣਾ, ਜੀ ਘਰੋਂ ਫੋਨ ਆਇਆ ਤਾਂ ਉਹ ਜਿਹੜਾ ਸਮਾਨ ਸਾਨੂੰ ਲੈ ਕੇ ਜਾਣਾ ਪੈਣਾ। ਚਾਹੇ 400 ਰੁਪਈਆ ਦਿਹਾੜੀ ਇੱਕ ਬੰਦੇ ਨੂੰ ਮਿਲਦੀ ਆ, ਅੱਜ ਦਾ ਜੇ ਦੇਖੀਏ ਵੱਧ ਤੋਂ ਵੱਧ ਬੰਦਾ 500 ਕਮਾ ਲੂ ਔਖੇ ਸੌਖੇ ਇੱਧਰੋਂ ਉੱਧਰੋਂ ਕਰਕੇ। ਜੇ 500 ਦੇ ਵਿੱਚੋਂ 100 ਰੁਪਏ ਦੇ ਪਿਆਜ਼ ਹੀ ਆ ਗਏ, ਤੇ ਇਸ ਵੇਲੇ ਜਿਹੜਾ ਸਰੋਂ ਦਾ ਤੇਲ ਆ, ਉਹ ਜਿਹੜਾ ਆਪਾਂ ਨੂੰ 70 ਰੁਪਏ ਦਾ ਮਿਲਦਾ ਹੁੰਦਾ ਜੀ, 130 ਰੁਪਏ ਦਾ ਆ। ਉਸ ਤੋਂ ਬਾਅਦ ਬੱਚਿਆਂ ਦਾ ਫੋਨ ਆ ਗਿਆ, ਕਹਿੰਦੇ ਵੀ ਇੱਕ ਸਾਡੇ ਲਈ ਠੰਡਾ ਲੈ ਆਇਓ, ਪਾਪਾ ਠੰਡਾ ਲੈ ਆਇਓ। ਉਹ ਮੈਂ ਜੀ ਇੱਕ ਇੱਥੇ ਪਟਵਾਰੀ ਦਾ ਪਾਇਆ, ਮੈਂ ਉਹਦੇ ਲਾਗੇ ਸੀ, ਤੇ ਮੈਂ ਉਹਨੂੰ ਕਿਹਾ ਵੀ ਇੱਕ ਮੈਨੂੰ ਠੰਡੇ ਦੀ ਬੋਤਲ ਦੇ ਦਿਓ। ਜਿਹੜਾ 80 ਰੁਪਏ ਦਾ ਠੰਡਾ ਉਹ 130 ਰੁਪਏ ਦਾ ਮਿਲਿਆ। ਉਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਪਟਵਾਰੀ ਢਾਬੇ ਵਾਲਾ ਕਰਪਟ ਆ ਜ਼ਿਆਦਾ। ਉਹਨੇ ਮੇਰੀ ਸ਼ੇਅਰ ਲਾ ਲਈ 60 ਰੁਪਏ ਦੀ, ਉਹਨੇ ਨਹੀਂ ਲਾਈ। ਉਹਨੇ ਪੁਲਿਸ ਦੇ ਡਰ ਤੋਂ ਉਹਨੇ ਆਪਣਾ ਜਿਹੜਾ ਭੱਤਾ ਆ ਵੀ ਮੈਂ ਇੰਨੇ ਵਜੇ ਤੱਕ ਖੋਲ ਕੇ ਬੈਠਾ, ਉਹਦੇ ਵਿੱਚੋਂ ਉਹ 60 ਰੁਪਈਆ ਚੋਂ 30 ਰੁਪਏ ਪੁਲਿਸ ਨੂੰ ਵੀ ਜਾਣੇ ਆ। ਉਹ ਪੁਲਿਸ ਦੇ ਵਿੱਚ ਡੀਐਸਪੀ ਵੀ ਆਉਂਦਾ, ਐਸਐਚਓ ਵੀ ਆਉਂਦਾ, ਐਸਐਸਪੀ ਵੀ ਆਉਂਦਾ। ਜਿੰਨੇ ਸ਼ਹਿਰ ਦਾ ਜਿਹੜਾ ਸ਼ਾਸਨ ਆ ਉਹ ਸਾਰੇ ਨੂੰ ਵੰਡੇ ਜਾਂਦੇ ਆ। ਸੋ ਇਸ ਕਰਕੇ ਬਹੁਤ ਛੋਟੇ ਵਰਡਾਂ ਨੂੰ ਹੈ ਜਿਹੜਾ ਆਪਣਾ ਵਿਰਾਮ ਦਿੰਦਾ ਹੋਇਆ ਇੱਕ ਵਾਰੀ ਫੇਰ ਇਹੀ ਕਹਿਣਾ ਚਾਹਾਂਗਾ ਕਿ ਜੇ ਹੁਣ ਵੀ ਨਾ ਇਕੱਠੇ ਹੋਏ, ਜੇ ਹੁਣ ਵੀ ਨਾ ਇਕੱਠੇ ਹੋਏ ਤਾਂ ਸਾਨੂੰ ਘਰੋਂ ਕੱਢ ਕੇ ਕੁੱਟਣਗੇ। ਉਹ ਦਿਨ ਦੂਰ ਨਹੀਂ, ਇਹ ਯਾਦ ਰੱਖ ਲਿਓ। ਤੇ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੇ ਦਰਮਿਆਨ ਪਹੁੰਚੇ। ਮੇਰੀ ਦੇ ਸ਼ਹੀਦਾਂ ਨੂੰ ਲਾਲ ਸਲਾਮ, ਲਾਲ ਸਲਾਮ। ਮੇਰੀ ਬਾਬਾ ਨਸਬੀ ਜੀ ਕਹਿੰਦੇ ਨੇ ਕਿ ਜਿਸ ਧਰਤੀ ਤੇ ਰਜਵੀ ਰੋਟੀ ਖਾਵੇ ਨਾ ਮਜ਼ਦੂਰ, ਜਿਸ ਧਰਤੀ ਤੇ ਰਜਵੀ ਰੋਟੀ ਖਾਵੇ ਨਾ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ ਤੇ ਉਸ ਧਰਤੀ ਦੇ ਹਾਕਮ ਸੂਰ। ਤੇ ਹੁਣ ਮੈਂ ਬੇਨਤੀ ਕਰਦੀ ਹਾਂ ਮਾਨਤਾ ਕਲਾ ਮੰਚ ਨਗਰ ਦੇ ਕਲਾਕਾਰ ਜਾਰਜ ਡਿਆੜਵੀ ਕਿ ਉਹ ਆਪਣੇ ਵਿਚਾਰ ਪੇਸ਼ ਕਰਨਗੇ। ਤਰ੍ਹਾਂ ਦਾ ਤੇ ਸਾਰੇ ਹੀ ਮਤਲਬ ਪੱਪੀ ਭਾਜੀ ਉਹਨਾਂ ਦਾ, ਨਰਗਿਸ ਦਾ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਗੱਲ ਕਰਨ ਦਾ ਮੌਕਾ ਦਿੱਤਾ। ਤੇ ਮੇਰੀ ਕੋਈ ਹੈਸੀਅਤ ਨਹੀਂ ਕਿ ਸਾਥੀ ਨੰਬਰ ਬੋਲ ਸਕਾਂ, ਸਾਡੇ ਕੋਲ ਸਾਥੀ ਆਪਾਂ ਇੰਨੀ ਬੁਰੀ ਗੱਲ ਬੰਦੇ ਨਹੀਂ ਮਤਲਬ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਸੁਣਦੇ ਆਏ ਆ। ਇਹਨਾਂ ਵੱਲ ਦੇਖ ਕੇ ਹੀ ਬੜਾ ਹੁੰਦਾ ਜਿੱਦਾਂ ਹਿੰਮਤ ਦਿਖਾ ਰਹੇ ਆ। ਪਹਿਲਾਂ 2-4 ਆਪਾਂ ਨਾਰੇ ਲਾਵਾਂਗੇ, ਉਸ ਤੋਂ ਬਾਅਦ ਕੋਈ ਗੱਲ ਨਹੀਂ। ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਜਾਗੇ ਹੋਗੇ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਜਾਗੇ ਹੋਗੇ। ਸ਼ਹੀਦੋ ਤੁਹਾਡੇ ਕਾਜ ਅਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਪੂਰੇ। ਕੱਲੇ ਕੱਲੇ ਕੁੱਟ ਨਾ ਖਾਵੋ, ਇਕੱਠੇ ਹੋ ਕੇ ਬਚਾਓ। ਕੱਲੇ ਕੱਲੇ ਕੁੱਟ ਨਾ ਖਾਵੋ, ਇਕੱਠੇ ਹੋ ਕੇ ਕਦਰ ਬਚਾਓ। ਸੋ ਅੱਜ ਜਿਹੋ ਜਿਹੇ ਹਾਲਾਤ ਸਾਡੇ ਦੇਸ਼ ਦੇ ਬਣਦੇ ਜਾ ਰਹੇ ਆ, ਸਾਨੂੰ ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਜਾਂ ਜਿੰਨੇ ਵੀ ਮਿਹਨਤ ਕਰਨ ਵਾਲੇ ਲੋਕ ਆ, ਸਾਨੂੰ ਸਾਰੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਮੰਚ ਦੇ ਉੱਤੇ। ਕਿਉਂਕਿ ਜਿਹੜਾ ਮਜ਼ਦੂਰ ਹੁੰਦਾ ਉਹਦਾ ਨਾ ਤਾਂ ਕੋਈ ਜਾਤ ਹੁੰਦੀ, ਨਾ ਕੋਈ ਧਰਮ ਹੁੰਦਾ, ਨਾ ਉਹਦਾ ਕੋਈ ਹੱਦ ਬੰਨਾ ਹੁੰਦਾ। ਉਹਨੂੰ ਤਾਂ ਆਪਣੀ ਮਿਹਨਤ ਤੇ ਮਜ਼ਦੂਰੀ ਕਰਨ ਦਾ ਇੱਕ ਜਨੂਨ ਹੁੰਦਾ, ਆਪਣੀ ਮਿਹਨਤ ਕਰਕੇ, ਆਪਣੇ ਦਸਾਂ ਨਾਹਾਂ ਦੀ ਕਿਰਤ ਕਰਕੇ ਰੋਟੀ ਖਾਣ ਦਾ ਇੱਕ ਆਪਣਾ ਕੋਈ ਸਾਧਨ ਭਾਲਦਾ ਹੁੰਦਾ। ਉਹਨੂੰ ਜਿੱਥੇ ਵੀ ਕੋਈ ਕੰਮਕਾਰ ਮਿਲਦਾ ਉੱਥੇ ਜਾਣ ਲਈ ਤਿਆਰ ਹੋ ਜਾਂਦਾ। ਮਈ ਦੇ ਸ਼ਹੀਦਾਂ ਨੂੰ ਅੱਜ ਆਪਾਂ ਲਾਲ ਸਲਾਮ ਕਰ ਰਹੇ ਹਾਂ। ਉਹਨਾਂ ਟਾਈਮਾਂ ਦੇ ਵਿੱਚ ਜਦੋਂ 24-24 ਘੰਟੇ 12-12 ਘੰਟੇ ਲੋਕਾਂ ਤੋਂ ਕੰਮ ਕਰਾਇਆ ਜਾਂਦਾ ਸੀ, ਲੋਕਾਂ ਤੇ ਜ਼ੁਲਮ ਅਤਿਆਚਾਰ ਕੀਤੇ ਜਾਂਦੇ ਸਨ, ਉਸ ਸਮੇਂ ਉਹਨਾਂ ਨੇ ਸੰਘਰਸ਼ ਕੀਤਾ ਤੇ ਅੱਜ ਅਸੀਂ ਉਸ ਚੀਜ਼ ਦਾ ਸੁੱਖ ਮਾਣ ਰਹੇ ਹਾਂ। ਸੋ ਅੱਜ ਸਰਕਾਰਾਂ ਫੇਰ ਸਾਨੂੰ ਦਬਾਉਣਾ ਚਾਹੁੰਦੀਆਂ ਆ। ਜਿਹੜਾ ਉਸ ਸਮੇਂ ਸਾਨੂੰ ਆਜ਼ਾਦੀ ਮਿਲੀ ਸੀ, ਉਸ ਆਜ਼ਾਦੀ ਨੂੰ ਗੁਲਾਮੀ ਵੱਲ ਤੋਰਨ ਦੀ ਉਹਨਾਂ ਦੀ ਪੂਰੀ ਰਣਨੀਤੀ ਬਣ ਰਹੀ ਆ। ਆਏ ਦਿਨ ਕਦੇ ਕਿਸਾਨ ਦੇ ਉੱਤੇ ਅਤਿਆਚਾਰ, ਕਦੇ ਮਜ਼ਦੂਰ ਦੇ ਉੱਤੇ ਅਤਿਆਚਾਰ, ਆਏ ਦਿਨ ਨਿਤ ਨਵੇਂ ਆਰਡੀਨੈਂਸ ਪਾਸ ਕਰਦੇ ਆ, ਕਾਨੂੰਨ ਪਾਸ ਕਰਦੇ ਆ। ਸਾਡੇ
ਲੋਕਾਂ ਨੂੰ ਖਤਮ ਕਰਨਾ ਚਾਹੁੰਦੇ ਆ, ਦੱਬਣਾ ਚਾਹੁੰਦੇ ਆ, ਗੁਲਾਮ ਕਰਨਾ ਚਾਹੁੰਦੇ ਆ। ਜੇ ਅੱਜ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਇਸ ਜ਼ਾਲਮ ਸਰਕਾਰ ਦਾ ਵਿਰੋਧ ਨਾ ਕਰਾਂਗੇ ਤੇ ਆਉਣ ਵਾਲਾ ਸਮਾਂ ਜਿਹੜਾ ਇਸ ਤੋਂ ਵੀ ਭਿਆਨਕ ਆ ਸਕਦਾ ਆ। ਔਰ ਸਾਨੂੰ ਸਾਰੇ ਮਿਹਨਤ ਕਰਨ ਵਾਲੇ ਲੋਕਾਂ ਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਇਸ ਜ਼ਾਲਮ ਸਰਕਾਰ ਦਾ, ਮੋਦੀ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ। ਔਰ ਜਿਹੜੇ ਸਾਡੇ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਜਥੇਬੰਦੀਆਂ ਵਿੱਚ ਬਦਲ ਕੇ ਉਹਨਾਂ ਨੂੰ ਇੱਕ ਮੰਚ ਤੇ ਲਿਆ ਕੇ ਇੱਕ ਮਜ਼ਬੂਤ ਜਥੇਬੰਦੀ ਨੂੰ ਤਿਆਰ ਕਰਨਾ ਚਾਹੀਦਾ। ਸੋ ਇਹਦੇ ਨਾਲ ਨਾਲ ਮੈਂ ਇੱਕ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਸੀ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋੜ ਵਸੈ ਸਭ ਛੋਟ ਬੜੈ ਸਭ ਸਮ ਵਸੈ, ਰਵਿਦਾਸ ਰਹੇ ਪ੍ਰਸੰਨ। ਕਿਉਂਕਿ ਗੁਰੂਆਂ ਨੇ ਵੀ ਸਾਨੂੰ ਇੱਕ ਊਚ ਨੀਚ ਨੂੰ ਖਤਮ ਕਰਨ ਦੀ ਇੱਕ ਪ੍ਰੇਰਨਾ ਦਿੱਤੀ ਸੀਗੀ। ਸੋ ਬਾਬਾ ਨਜ਼ਮੀ ਜੀ ਦਾ ਸ਼ੇਰ ਸੀਗਾ, ਨਰਗਿਸ ਜੀ ਨੇ ਬੋਲਿਆ ਬਹੁਤ ਪਿਆਰਾ, ਜਿਸ ਧਰਤੀ ਦੇ ਰਜਮਾ ਟੁੱਕੜ ਖਾਂਦੇ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਸ ਧਰਤੀ ਦੇ ਹਾਕਮ ਸੂਰ। ਸੋ ਬਹੁਤ ਸਾਰੀਆਂ ਉਦਾਹਰਨਾਂ ਆ ਜੋ ਸਾਨੂੰ ਲੰਮੇ ਸਮੇਂ ਤੋਂ ਸੰਘਰਸ਼ ਕਰਨ ਵੱਲ ਪ੍ਰੇਰ ਰਹੀਆਂ ਆ। ਸੋ ਬਹੁਤ ਹੀ ਸੁਲਝੇ ਹੋਏ ਅਨਮੋਲਕ ਸਰ ਉਹਨਾਂ ਨੇ ਬਹੁਤ ਹੀ ਵਧੀਆ ਆਪਣੇ ਵਿਚਾਰ ਰੱਖੇ। ਸੋ ਬਹੁਤ ਹੀ ਵਧੀਆ ਲੱਗੇ। ਆਉਣ ਵਾਲੇ ਸਮੇਂ ਵਿੱਚ ਸਾਡੀ ਕੋਸ਼ਿਸ਼ ਆ ਕਿ ਅਸੀਂ ਅਨਮੋਲਕ ਸਰ ਉਹਨਾਂ ਨੂੰ ਸੁਣ ਕੇ ਹੋਰ ਵੀ ਕੁਝ ਵਧੀਆ ਆਪਣੇ ਅੰਦਰ ਵੀ, ਕਿਉਂਕਿ ਗੁਰੂਆਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਇੱਕ ਨਜ਼ਰੀਆ ਸਾਨੂੰ ਦਿੱਤਾ ਸੀਗਾ ਉਹ ਇਹ ਸੀਗਾ ਵੀ ਪਹਿਲਾਂ ਜਦੋਂ ਆਪਾਂ ਘਰ ਦੇ ਵਿੱਚ ਕੋਈ ਬੋਰ ਕਰਾਉਂਦੇ ਆ ਨਾ, ਪਹਿਲਾਂ 2-4 ਬਾਲਟੀਆਂ ਅਸੀਂ ਆਪਣੀਆਂ ਪਾਉਂਦੇ ਆ ਤੇ ਜਦੋਂ ਉਹ ਪਾ ਕੇ ਉਸ ਤੋਂ ਬਾਅਦ ਫਿਰ ਪਾਣੀ ਉਹਦੇ ਵਿੱਚੋਂ ਨਿਕਲਦਾ। ਇਸ ਕਰਕੇ ਜਿਹੜਾ ਗਿਆਨ ਦਾ ਸਾਗਰ ਆ, ਜਿੱਦਾਂ ਮੰਨ ਲਓ ਚਾਹੇ ਅਨਮੋਲਕ ਸਾਹਿਬ ਹੋਣੀ ਆ, ਚਾਹੇ ਆਪਾਂ ਕੋਈ ਧਾਰਮਿਕ ਗ੍ਰੰਥ ਲਾ ਲੈਂਦੇ ਆ, ਉਹ ਇੱਕ 2-4 ਬਾਲਟੀਆਂ ਆਪਾਂ ਲੈਣੀਆਂ, ਬਾਕੀ ਆਪੋ ਆਪਣੇ ਵਾਲਾ ਆਪਾਂ ਖੂਹ ਚਲਾ ਕੇ ਇਸ ਜ਼ਾਲਮ ਸਰਕਾਰ ਦੇ ਖਿਲਾਫ ਆਪਾਂ ਸੰਘਰਸ਼ ਕਰਨਾ। ਸੋ ਮੈਂ ਪਹਿਲੀ ਵਾਰੀ ਬੋਲਿਆ ਇਹਨੇ ਸੂਚੀਵਾਰ ਮੰਨਣ ਦੇ ਵਿੱਚ, ਸੋ ਇਸ ਕਰਕੇ ਮੈਂ ਸ਼ਾਇਦ ਕੁਛ ਉੱਚਾ ਨੀਵਾਂ ਕਹਿ ਗਿਆ ਤੇ ਮੈਂ क्षमा ਚਾਹੁੰਦਾ। ਸੋ ਲਾਸਟ ਟਾਈਮ ਤੇ ਫਿਰ ਆਪਾਂ 2-4 ਨਾਰੇ ਲਾ ਕੇ ਸਮਾਪਤੀ ਕਰਦੇ ਹਾਂ। ਬਹੁਤ ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ, ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ। ਸ਼ਹੀਦੋ ਤੁਹਾਡੇ ਕਾਜ ਅਧੂਰੇ, ਸ਼ਹੀਦੋ ਤੁਹਾਡੇ ਕਾਜ ਅਧੂਰੇ। ਜੈ ਜਨਤਾ, ਜੈ ਸੰਘਰਸ਼, ਜਿੱਤ ਮਿਹਨਤੀ ਲੋਕਾਂ। ਤੇ ਅਸੀਂ ਬਚਪਨ ਜਦੋਂ ਛੋਟੇ ਹੁੰਦੇ ਸੀ, ਸਾਡੇ ਦਾਦਾ ਜੀ ਨੇ ਕਹਿਣਾ ਕਿ ਜਿਹੜਾ ਧਰਤੀ ਦਾ ਬੋਝ ਵਾ ਉਹ ਇੱਕ ਬਲਦ ਨੇ ਆਪਣੇ ਸਿਰ ਦੇ ਉੱਤੇ ਚੱਕਿਆ ਆ। ਕਿ ਹੁਣ ਮੈਨੂੰ ਵੱਡੇ ਹੋ ਕੇ ਇਹ ਲੱਗਦਾ ਕਿ ਜਿਹੜਾ ਧਰਤੀ ਦਾ ਬੋਝ ਵਾ ਇੱਕ ਮਜ਼ਦੂਰ ਨੇ ਚੱਕਿਆ ਹੋਇਆ ਜੀ ਜੀ। ਕਿ ਜਿਹੜਾ ਮਜ਼ਦੂਰ ਆ ਸਾਰੀ ਜਿਹੜੀ ਦੁਨੀਆ ਆ ਉਹੀ ਚਲਾਈ ਫਿਰਦਾ ਆ, ਪਰ ਤਰਾਸਦੀ ਇਹ ਹੈ ਕਿ ਉਹਨੂੰ ਫੇਰ ਵੀ ਰੱਜ ਕੇ ਖਾਣ ਦੀ ਰੋਟੀ ਨਹੀਂ ਮਿਲਦੀ, ਉਹਨੂੰ ਪਹਿਨਣ ਨੂੰ ਕੱਪੜਾ ਨਹੀਂ ਮਿਲਦਾ ਤੇ ਉਹਨੂੰ ਪੈਰਾਂ 'ਚ ਪਾਉਣ ਨੂੰ ਵਧੀਆ ਜੁੱਤੀ ਨਹੀਂ ਮਿਲਦੀ। ਸੋ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਰਚਨਾ ਪੇਸ਼ ਕਰਾਂਗੀ। ਭਾਸ਼ਣ ਭੂਸ਼ਣ ਦਾ ਮੈਨੂੰ ਆਉਂਦਾ ਕਬਰਾਂ ਦਾ ਕੜਿਆਲਾ ਬੂਟਾ ਘਰ ਵਿੱਚ ਲਾਉਣਾ ਚੰਗਾ ਨਹੀਂ, ਲਾਸ਼ਾਂ ਦੇ ਢੇਰਾਂ ਤੇ ਬਹਿ ਕੇ ਦੀਪ ਜਲਾਉਣਾ ਚੰਗਾ ਨਹੀਂ। ਦੁਨੀਆ ਵੇਚ ਕੇ ਕਹਿੰਦਾ ਏ ਮੈਂ ਕੰਮ ਵਿਕਾਸ ਦਾ ਕੀਤਾ ਏ, 20 ਲੱਖ ਕਰੋੜ ਹੈ ਲੋਕਾਂ ਲਈ, ਇਹ ਭਰਮ ਫੈਲਾਉਣਾ ਚੰਗਾ ਨਹੀਂ। ਇਹ ਦੁਨੀਆ ਤਾਂ ਬਹੁਰੰਗੀ ਏ, ਇੱਕ ਰੰਗ ਰੰਗਣ ਨੂੰ ਫਿਰਦਾ ਏ, ਕਾਗਜ਼ ਦੇ ਫੁੱਲਾਂ ਦੇ ਉੱਤੇ ਅਤਰ ਛੜਕਾਉਣਾ ਚੰਗਾ ਨਹੀਂ। ਗੱਲ ਸੁਣਨ ਦੀ ਜੁਰਤ ਗਵਾ ਬੈਠਾ ਹੈ ਤੇ ਜੁਮਲੇ ਛੱਡੀ ਜਾਵੇਂ, ਇਹ ਘਰ ਨੇ ਸਾਡੇ ਹਾਕਮੋਂ ਝੁੱਗੀਆਂ ਲੁਟਾਉਣਾ ਚੰਗਾ ਨਹੀਂ। UPA ਤੇ PSA ਕਿਉਂ ਕਾਲੇ ਕਾਨੂੰਨ ਨਹੀਂ ਰੱਦ ਕਰਦਾ, ਮੇਰੇ ਦੇਸ਼ ਦੇ ਕਲਮਕਾਰਾਂ ਨੂੰ ਜੇਲ੍ਹਾਂ 'ਚ ਬਿਠਾਉਣਾ ਚੰਗਾ ਨਹੀਂ। ਇਹ ਐਮਰਜੈਂਸੀ ਫੇਰ ਮੇਰੇ ਲੋਕਾਂ ਤੇ ਕਿਉਂ ਲਾ ਰੱਖੀ ਏ, ਇਹ ਝੂਠੇ ਮੀਡੀਏ ਤੰਤਰ ਦੇ ਲਈ ਸੱਚ ਛੁਪਾਉਣਾ ਚੰਗਾ ਨਹੀਂ। सबका साथ सबका विकास दसो किथे होया है, सबका साथ सबका विकास दसो किथे होया है। एक देश दे मुखिए हाकम लई इंज भगवा होना चंगा नहीं। सिक्ख्या सेहत रोजगार खोलिया लोकां तो सरकारां ने, सिक्ख्या सेहत रोजगार खोलिया लोकां तो सरकारां ने, भुखे प्यासे मरदे जन नूं फाहे लाउणा चंगा नहीं। चोर चोर नूं साध साध नूं अंदरों अंदरी जाने, घर विच लुकिया चोर होवे गुआंढी नूं बसाउणा चंगा नहीं। भगत सिंह ते गदरी बाबे ये लोक नायक ने साडे, हक्कां लई लड़दे लोकां दी
ਆਵਾਜ਼ ਦਬਾਉਣਾ ਚੰਗਾ ਨਹੀਂ। ਬੁੱਧ ਨਾਨਕ ਬੁੱਧ ਕਬੀਰ ਤੇ ਭੁੱਲ ਨਾ ਜਾਇਓ ਗੋਬਿੰਦ ਸਿੰਘ ਨੂੰ, ਜਦੋਂ ਲੋੜ ਹੋਈ ਤਲਵਾਰਾਂ ਦੀ ਡਰ ਕੇ ਭੱਜ ਜਾਣਾ ਚੰਗਾ ਨਹੀਂ। ਕੋਈ ਬੰਦਾ ਰੱਬ ਨਹੀਂ ਹੋ ਸਕਦਾ, ਬੇਭੋਲੇ ਲੋਕੋ ਸਮਝ ਕਰੋ, ਘਰ ਆਰਥੀ ਪਈ ਗੁਆਂਢੀ ਦੇ ਤਾਂ ਜਸ਼ਨ ਮਨਾਉਣਾ ਚੰਗਾ ਨਹੀਂ। ਸਾਡੀ ਕਿਰਤ ਤੇ ਡਾਕੇ ਮਾਰ ਲਏ ਖੇਤੀ ਦਾ ਉਜਾੜਾ ਚਾਹੁੰਦੇ ਹੋ, ਸਾਡੀ ਕਿਰਤ ਤੇ ਡਾਕੇ ਮਾਰ ਲਏ ਖੇਤੀ ਦਾ ਉਜਾੜਾ ਚਾਹੁੰਦੇ ਹੋ। ਲੋਕ ਸੰਗਰਾਮ ਨਾ ਤੇ ਤੋਂ ਥੰਮ ਹੋਣੇ, ਨਵਾਂ ਬਿੱਲ ਲਿਆਉਣਾ ਚੰਗਾ ਨਹੀਂ। ਹੁਣ ਫਿਰ ਇੱਕ ਹੋਣ ਦਾ ਮੌਕਾ ਏ, ਸਭ ਝੰਡੇ ਇਕੱਠੇ ਕਰ ਲਓ ਜੀ। ਹੁਣ ਫਿਰ ਇੱਕ ਹੋਣ ਦਾ ਮੌਕਾ ਏ, ਸਭ ਝੰਡੇ ਇਕੱਠੇ ਕਰ ਲਓ ਜੀ। ਲੰਘ ਗਿਆ ਜੇ ਵੇਲਾ, ਫਿਰ ਰੋਣਾ ਕੁਰਲਾਉਣਾ ਚੰਗਾ ਨਹੀਂ। ਕਿ ਅੱਕ ਗਏ ਹਨ ਇੱਕੋ ਜਿਹੀਆਂ ਰੁੱਤਾਂ ਤੋਂ, ਅੱਕ ਗਏ ਹਨ ਇੱਕੋ ਜਿਹੀਆਂ ਰੁੱਤਾਂ ਤੋਂ, ਲੋਕੀ ਮੌਸਮ ਦੀ ਤਬਦੀਲੀ ਚਾਹੁੰਦੇ ਨੇ। ਤੇ ਹੁਣ ਮੈਂ ਬੇਨਤੀ ਕਰਦੀ ਹਾਂ ਮਾਨਤਾ ਕਲਾ ਮੰਚ ਨਗਰ ਦੇ ਨਿਰਦੇਸ਼ਕ ਆਪਣੇ ਤੇ ਵੀ ਦੋ ਵਿਚਾਰ ਸੁਣਨੇ ਕਿ ਉਹ ਹਾਜ਼ਰੀ ਸਾਥੀਓ, ਮਾਨਵਤਾ ਕਲਾ ਮੰਚ ਨਗਰ, ਮਾਨਵਤਾ ਲਾਇਬ੍ਰੇਰੀ ਪੱਟੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਤੁਸੀਂ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੇ ਇਸ ਲਾਇਬ੍ਰੇਰੀ ਦੇ ਵਿੱਚ ਆਏ ਹੋ। ਜਿਵੇਂ ਭਾਜੀ ਗੋਲਕ ਨੇ ਦੱਸਿਆ, ਬਾਕੀ ਬੁਲਾਰਿਆਂ ਨੇ ਦੱਸਿਆ, ਬਹੁਤ ਅੱਛੇ ਵਿਚਾਰ ਹੋਏ ਆ। ਕਿਉਂਕਿ ਛੋਟੇ ਜਿਹੜੇ ਪ੍ਰੋਗਰਾਮ ਸਰਵਣੀ ਨੂੰ ਇੱਕ ਦਿਨ ਪਹਿਲਾਂ ਫੋਨ ਕੀਤਾ ਆਪਾਂ ਕਰੀਏ ਤੇ ਆਪਾਂ ਇਹ ਕੀਤਾ ਹੈ। ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਮਈ ਦਿਵਸ ਦਾ ਦਿਹਾੜਾ ਆਪਾਂ ਮਨਾ ਰਹੇ ਹਾਂ। ਮੈਨੂੰ ਲੱਗਦਾ ਹੈ ਜਿਹੜੀ ਜੰਗ ਸਾਡੇ ਮਜ਼ਦੂਰ ਭਰਾਵਾਂ ਨੇ ਸ਼ਿਕਾਗੋ ਦੇ ਵਿੱਚ ਲੜੀ ਸੀ, ਉਹੀ ਜੰਗ ਸਾਨੂੰ ਹੁਣ ਭਾਰਤ ਵਿੱਚ ਲੜਨੀ ਪੈਣੀ, ਫੇਰ ਤੋਂ ਲੜਨੀ ਪੈਣੀ ਹੈ। ਜੇ ਅਸੀਂ ਨਹੀਂ ਲੜੇ ਤਾਂ ਅਸੀਂ ਗੁਲਾਮ ਬਣ ਲਈ ਤਿਆਰ ਹਾਂ। ਇਹ ਵੀ ਸੁਣਨ ਨੂੰ ਆਇਆ ਵੀ ਜਿਵੇਂ 3 ਆਰਡੀਨੈਂਸ ਆਏ ਆ ਵੀ ਉਹਦਾ ਕਿਸਾਨੀ ਮਸਲਾ ਹੈ ਜਾਂ ਕਿਰਤ ਕਾਨੂੰਨ ਆਏ ਆ ਉਹ ਮਜ਼ਦੂਰਾਂ ਦਾ ਮਸਲਾ ਹੈ। ਨਹੀਂ, ਇਹ ਜਾਗਦੇ ਲੋਕਾਂ ਦਾ ਮਸਲਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਹੋਣਾ ਪੈਣਾ, ਤਦੇ ਹੀ ਅਸੀਂ ਇਹ ਜੰਗ ਜਿੱਤ ਸਕਦੇ ਹਾਂ। ਤੁਹਾਡਾ ਸਾਰਿਆਂ ਦਾ, ਭੈਣ ਜੀ ਹੁਣਾਂ ਦਾ, ਚਾਂਦੀ ਭਾਜੀ ਦਾ, ਹੋਰ ਮੁਲਕ ਭਾਜੀ ਹੁਣਾਂ ਦਾ, ਸਾਰਿਆਂ ਦਾ ਇੱਥੇ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਮਾਨਵਤਾ ਕਲਾ ਮੰਚ ਨਗਰ ਤੇ ਮਾਨਵਤਾ ਲਾਇਬ੍ਰੇਰੀ ਅੱਡੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ। ਤੇ ਬਸ ਸਾਡੇ ਪੈਰ ਕੋਮਲ ਨੇ, ਮਨਾਓ ਖੈਰ ਪੈਰਾਂ ਦੀ, ਬੜਾ ਖੁਸ਼ ਹੋ ਉਹਨਾਂ ਤੋਂ ਸੋਨ ਰੰਗੀਆਂ ਝਾਂਜਰਾਂ ਲੈ ਕੇ। ਦੁਬਾਰਾ ਕਿਸ ਤਰ੍ਹਾਂ ਸੂੜੀ ਚੜਾਓਗੇ ਜਰਾ ਦੱਸੋ, ਅਸੀਂ ਤਾਂ ਫੇਰ ਕੱਲ ਨੂੰ ਆ ਜਾਣਾ ਆ ਕਰ ਦੇਣਾ। 2-3 ਮਿੰਟ ਦਾ ਚਾਹ ਬਣ ਗਿਆ ਜੀ। ਹਨੇਰੇ ਹੱਸਦੇ, ਹਨੇਰੇ ਸਿਰ ਫਿਰੇ ਮਸ਼ਟੰਡੀਆਂ ਵਾਂਗਰ ਖੜੇ ਸਾਵੇਂ। ਚਿਰਾਗਾਂ ਨਾਲ ਕੀ ਬੀਤੀ ਮਧੋੜੀ ਰੋਸ਼ਨੀ ਦੱਸੇ। ਗਲੀ ਵਿੱਚ ਖੇਡਦੇ ਬੱਚੇ ਦਾ ਮਜ਼ਹਬ ਜਾਣਦਾ ਹਾਂ ਮੈਂ, ਮੇਰੇ ਵਿਹੜੇ 'ਚ ਡਿੱਗੀ ਗੇਂਦ ਦਾ ਮਜ਼ਹਬ ਕੋਈ ਦੱਸੇ। ਮੇਰੇ ਵਿਹੜੇ 'ਚ ਡਿੱਗੀ ਗੇਂਦ ਦਾ ਮਜ਼ਹਬ ਕੋਈ ਦੱਸੇ। ਜੇ ਮੈਂ ਮੁਜਰਮ ਹਾਂ, ਮੁਜਰਮ ਹੈ ਮੇਰੇ ਤੋਂ ਖੁਦਾ ਪਹਿਲਾਂ। ਮੈਂ ਪਿੱਛੋਂ ਜੁਰਮ ਕੀਤਾ ਸੀ, ਮੈਂ ਪਿੱਛੋਂ ਜੁਰਮ ਕੀਤਾ ਸੀ, ਮਗਰ ਉਸ ਦੀ ਰਜਾ ਪਹਿਲਾਂ। ਵਤਨ ਦੀ ਰੀੜ ਦੀ ਹੱਡੀ ਜੇ ਟੁੱਟੀ ਹੈ ਰਹੇ ਟੁੱਟੀ, ਤੁਸੀਂ ਹਾਕਮ ਦੇ ਗੋਡੇ ਦੀ ਕਰੋ ਕੋਈ ਦਵਾ ਪਹਿਲਾਂ। ਵਤਨ ਦੀ ਰੀੜ ਦੀ ਹੱਡੀ ਟੁੱਟੀ ਹੈ ਰਹੇ ਟੁੱਟੀ, ਤੁਸੀਂ ਹਾਕਮ ਦੇ ਗੋਡੇ ਦੀ ਕਰੋ ਕੋਈ ਦਵਾ ਪਹਿਲਾਂ। ਇਹੀ ਭਰਨ ਵੋਟਾਂ ਨਾਲ ਡੱਬੇ, ਧੱਕੇ ਖਾਣ ਸੜਕ ਦੇ ਕੱਪੇ। ਇਹੀ ਭਰਨ ਵੋਟਾਂ ਨਾਲ ਡੱਬੇ, ਧੱਕੇ ਖਾਣ ਸੜਕ ਦੇ ਕੱਪੇ। ਘਰੋਂ ਬੇਕਰੇ ਢਿੱਡੋਂ ਭੁੱਖੇ, ਘਰੋਂ ਬੇਕਰੇ ਢਿੱਡੋਂ ਭੁੱਖੇ ਤੋਂ ਡਾਂਗਾਂ ਪੈਂਦੀਆਂ ਨੇ। ਸਾਡਾ ਦੇਸ਼ ਤਰੱਕੀ ਕਰ ਗਿਆ ਇਹ ਸਰਕਾਰਾਂ ਕਹਿੰਦੀਆਂ ਨੇ,
ਸਾਡਾ ਦੇਸ਼ ਤਰੱਕੀ ਕਰ ਗਿਆ ਇਹ ਸਰਕਾਰਾਂ ਕਹਿੰਦੀਆਂ ਸਾਡਾ ਦੇਸ਼ ਤਰੱਕੀ ਕਰ ਗਿਆ ਇਹ ਸਰਕਾਰਾਂ ਕਹਿੰਦੀਆਂ ਉਹ ਸੂਈ ਛੱਡ ਜਹਾਜ਼ ਤਾਈਂ ਸਾਡੀ ਕਿਰਤ ਦੀ ਹਿੱਸੇਦਾਰੀ ਭਾਵੇਂ ਪੁੱਛ ਲੋ ਕਿਸੇ ਸਿਆਣੇ ਤੋਂ ਸਾਡੀ ਸਭ ਤੋਂ ਹਾਲਤ ਮਾੜੀ ਏ ਪੁੱਛ ਲੋ ਕਿਸੇ ਸਿਆਣੇ ਤੋਂ ਸਾਡੀ ਸਭ ਤੋਂ ਹਾਲਤ ਮਾੜੀ ਏ ਆਪ ਤਾਂ ਵਸਦੇ ਮੇਲੀ ਨਿਤ ਸਾਡੀਆਂ ਹੀ ਕੁੱਲੀਆਂ ਢਹਿੰਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਇਹ ਸਰਕਾਰਾਂ ਕਹਿੰਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਇਹ ਸਰਕਾਰਾਂ ਕਹਿੰਦੀਆਂ ਨੇ ਇੱਕ ਦੂਜੇ ਤੇ ਲਾਉਣ ਤੌਮਤਾਂ ਹਾਕਮ ਕੁਰਸੀ ਵਾਲੀ ਉਹ ਇੱਕ ਦੂਜੇ ਤੇ ਲਾਉਣ ਤੌਮਤਾਂ ਹਾਕਮ ਕੁਰਸੀ ਵਾਲੀ ਭਾਰਤ ਹੈ ਸੋਨੇ ਦੀ ਚਿੜੀਆ ਨਿਤ ਹੁੰਦੇ ਨਵੇਂ ਉਠਾੜੇ ਭਾਰਤ ਹੈ ਸੋਨੇ ਦੀ ਚਿੜੀਆ ਨਿਤ ਹੁੰਦੇ ਨਵੇਂ ਉਠਾੜੇ ਤੇਰੀ ਵਾਰ ਖਜ਼ਾਨਾ ਖਾਲੀ ਅਕਸਰ ਕਹਿੰਦੀਆਂ ਰਹਿੰਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਇਹ ਸਰਕਾਰਾਂ ਕਹਿੰਦੀਆਂ ਸਾਡਾ ਦੇਸ਼ ਤਰੱਕੀ ਕਰ ਗਿਆ ਇਹ ਸਰਕਾਰਾਂ ਕਹਿੰਦੀਆਂ ਦੁਨੀਆ ਬਦਲੀ ਸੋਚ ਬਦਲ ਕਰ ਲੈ ਉਪਰਾਲਾ ਕੋਈ ਵੋਟਾਂ ਦਾ ਰੁਖ ਆਪ ਬਦਲ ਕਿਤੇ ਮਿਲ ਜੂ ਤੈਨੂੰ ਢੋਈ ਵੋਟਾਂ ਦਾ ਰੁਖ ਆਪ ਬਦਲ ਕਿਤੇ ਮਿਲ ਜੂ ਤੈਨੂੰ ਢੋਈ ਓਏ ਆਤਮੇ ਆਪਣਾ ਦੀਪਕ ਬਣ ਜਾ ਆਤਮੇ ਆਪਣਾ ਦੀਪਕ ਬਣ ਜਾ ਇਹ ਸਿਆਣਪਾਂ ਕਹਿੰਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਇਹ ਸਰਕਾਰਾਂ ਕਹਿੰਦੀਆਂ ਸਾਡਾ ਦੇਸ਼ ਤਰੱਕੀ ਕਰ ਇਹ ਸਰਕਾਰਾਂ ਕਹਿੰਦੀਆਂ ਸਾਡਾ ਦੇਸ਼ ਤਰੱਕੀ ਕਰ ਇਹ ਸਰਕਾਰਾਂ ਕਹਿੰਦੀਆਂ ਨੇ ਡਾਕਾ ਹੈ ਕਿਧਰੇ ਤੇ ਕਿਧਰੇ ਚੋਰੀ ਹੈ ਪੰਜਾਬੀ ਕਸ਼ਮੀਰੀ ਮਾਰੇ ਸਾਜ਼ਿਸ਼ ਨੇ ਵਕਤ ਦਿਆਂ ਜੱਲਾਦਾਂ ਦੀ ਗੱਲ ਤੋਰੀ ਸੰਸਦ ਤੇ ਹਮਲਾ ਵੀ ਇੱਕ ਰਣਨੀਤੀ ਸੀ ਸੰਸਦ ਤੇ ਹਮਲਾ ਵੀ ਇੱਕ ਰਣਨੀਤੀ ਸੀ ਸੰਸਦ ਤੇ ਹਮਲਾ ਵੀ ਇੱਕ ਰਣਨੀਤੀ ਸੀ ਅਫਜ਼ਲ ਦੀ ਫਾਂਸੀ ਦੇ ਵਿੱਚ ਵੀ ਮੋਰੀ ਸੰਸਦ ਤੇ ਹਮਲਾ ਵੀ ਇੱਕ ਰਣਨੀਤੀ ਸੀ ਮੂਰਸ਼ਤ ਕੀਤਾ ਹੈ ਮੇਰੇ ਦੇਸ਼ ਨੂੰ ਇਸ ਭੀੜ ਨੇ ਫੇਰ ਇੱਕ ਅਬਲਾ ਨੂੰ ਨਿਰਵਸਤਰ ਘੁਮਾਇਆ ਭੀੜ ਨੇ ਮਾਣ ਮਰਿਆਦਾ ਲਹੂ ਦੇ ਨਾਲ ਰੰਗ ਦਿੱਤੀ ਗਈ ਸ਼ਰਮ ਫਿਰ ਕਾਨੂੰਨ ਦੇ ਸਿੱਕੇ ਤੇ ਟੰਗ ਦਿੱਤੀ ਗਈ ਕਤਲ ਕਿਧਰੇ ਰੇਪ ਤੇ ਹਮਲਾ ਤੇਜ਼ਾਬੀ ਹੋ ਰਿਹਾ ਕਿਉਂ ਨਹੀਂ ਲੋਕਾਂ ਵੱਲੋਂ ਹਮਲਾ ਜਵਾਬੀ ਹੋ ਰਿਹਾ ਹੁਕਮਰਾਨਾ ਇਸ ਨੂੰ ਕਰ ਛੱਡਿਆ ਬਰਬਾਦ ਸਿਰਫ ਕਹਿਣੇ ਨੂੰ ਹੀ ਬਸ ਮੇਰਾ ਵਤਨ ਆ ਸਿਰਫ ਕਹਿਣੇ ਨੂੰ ਹੀ ਬਸ ਮੇਰਾ ਵਤਨ ਆਜ਼ਾਦ ਹੋਣਾ ਹੱਕ ਕਿਰਤੀ ਦਾ ਜਦੋਂ ਇੱਥੇ ਰਾਜ ਸਾਥੀ ਹੋਣਾ ਹੱਕ ਕਿਰਤੀ ਦਾ ਜਦੋਂ ਇੱਥੇ ਰਾਜ ਸਾਥੀ ਉਦੋਂ ਮਿਹਨਤਾਂ ਦੇ ਸਿਰ ਹੋਣਾ ਤਾਜ ਸਾਥੀਆ ਉਦੋਂ ਮਿਹਨਤਾਂ ਦੇ ਸਿਰ ਹੋਣਾ ਤਾਜ ਸਾਥੀਆ ਹੋਣਾ ਕਿਰਤੀ ਦਾ ਜਦੋਂ ਇੱਥੇ ਰਾਜ ਸਾਥੀਆ ਹੋਣਾ ਕਿਰਤੀ ਦਾ ਜਦੋਂ ਇੱਥੇ ਰਾਜ ਸਾਥੀਆ ਹੋਣਾ ਕਿਰਤੀ ਦਾ ਜਦੋਂ ਇੱਥੇ ਰਾਜ ਸਾਥੀਆ ਉਦੋਂ ਮਿਹਨਤਾਂ ਦੇ ਸਿਰ ਹੋਣਾ ਤਾਜ ਸਾਥੀਆ ਉਦੋਂ ਮਿਹਨਤਾਂ ਦੇ ਸਿਰ ਹੋਣਾ ਤਾਜ ਸਾਥੀਆ ਇਕੱਠੇ ਕਰ ਮਜ਼ਦੂਰ ਮਜਲੂਮ ਕਿਸਾਨਾਂ ਨੂੰ ਸਾਥ ਲੈ ਕੇ ਆਪਾਂ ਸਾਰੇ ਦੱਬੇ ਕੁਚਲੇ ਜਵਾਨਾਂ ਨੂੰ ਪੂਰਾ ਹੋਣਾ ਏ ਅਧੂਰਾ ਤੇਰਾ ਕਾਜ ਸਾਥੀਆ ਪੂਰਾ ਹੋਣਾ ਏ ਅਧੂਰਾ ਤੇਰਾ ਕਾਜ ਸਾਥੀਆ ਉਦੋਂ ਮਿਹਨਤਾਂ ਦੇ ਸਿਰ ਹੋਣਾ ਤਾਜ ਸਾਥੀਆ ਉਦੋਂ ਮਿਹਨਤਾਂ ਦੇ ਸਿਰ ਹੋਣਾ ਤਾਜ ਸਾਥੀਆ ਹੋਣਾ ਕਿਰਤੀ ਦਾ ਜਦੋਂ ਇੱਥੇ ਰਾਜ ਸਾਥੀਆ ਉਦੋਂ ਮਿਹਨਤਾਂ ਦੇ ਸਿਰ ਹੋਣਾ ਤਾਜ ਸਾਥੀਆ ਉਦੋਂ ਮਿਹਨਤਾਂ ਦੇ ਸਿਰ ਹੋਣਾ ਤਾਜ ਸਾਥੀਆ ਉਦੋਂ ਮਿਹਨਤਾਂ ਦੇ ਸਿਰ ਹੋਣਾ ਤਾਜ ਸਾਥੀਆ ਇੱਕ ਬੂੰਦ ਪਾਣੀ ਬਿਨ ਜਿੰਦੜੀ
ਚੰਨਾ ਇੱਕ ਬੂੰਦ ਪਾਣੀ ਦੀ ਵੇਲਾ ਸਮੇਂ ਤੇ ਸਵਾਰ ਹੋ ਕੇ ਸਦਰਾਂ ਜਵਾਨ ਹੋਈਆਂ ਚਿਰਾਂ ਤੋਂ ਕੁਵਾਰੇ ਸਾਡੇ ਚਿਰਾਂ ਤੋਂ ਕੁਵਾਰੇ ਸਾਡੇ ਭਲਾ ਜੀ ਸਾਨੂੰ ਤੇਰੀ ਸਾਹ ਇੱਕ ਬੂੰਦ ਪਾਣੀ ਦੀ ਪਿਲਾ ਇੱਕ ਬੂੰਦ ਪਾਣੀ ਦੀ ਆਖਰੀ ਯਾਤਰਾ ਇਸ ਗੀਤ ਦੀ ਇੱਕ ਡਰ ਮਾਰੇ ਰਾਜੇ ਬਾਬਲੇ ਦੀ ਪੱਗ ਦਾ ਦੂਜਾ ਤੇਰੇ ਸੇਰਿਆਂ ਦੀ ਸੰਗ ਹੈ ਦੂਜਾ ਤੇਰੇ ਸੇਰਿਆਂ ਦੀ ਸੰਗ ਜਾਣਦੀ ਹਾਂ ਉਹ ਤਾਂ ਜਿਹੜੇ ਪਾੜੇ ਦੇ ਨੇ ਮਾਰੇ ਫੁੱਲ ਉਹਨਾਂ ਉੱਤੇ ਆਉਂਦਾ ਨਹੀਂ ਉਹ ਰੰਗ ਹੈ ਉਹਨਾਂ ਉੱਤੇ ਆਉਂਦਾ ਨਹੀਂ ਉਹ ਰੰਗ ਕਦੀ ਕਦੀ ਏਦਾਂ ਵੀ ਖਿਆਲ ਆਉਂਦਾ ਵੀ ਪਕਾਵੇ ਲਾਂਬੂਰਾ ਜ਼ਿੰਦਗੀ ਦਾ ਭਲਾ ਨਹੀਂ ਸਨ ਤੇਰੀ ਸੌ ਇੱਕ ਬੂੰਦ ਪਾਣੀ ਦੀ ਵੇਲਾ ਸਮੇਂ ਤੇ ਸਵਾਰ ਹੋ ਕੇ ਸਦਰਾਂ ਜਵਾਨ ਹੋਈਆਂ ਚਿਰਾਂ ਤੋਂ ਕੁਵਾਰੇ ਸਾਡੇ ਭਲਾ ਜੀ ਸਨ ਤੇਰੀ ਸੌ ਇੱਕ ਬੂੰਦ ਪਾਣੀ ਦੀ ਵੇਲਾ